वाहिगुरु जी की फतेह। पतित पावन भगत वत्सल करुणा निधान जगत गुरु श्री गुरु ग्रंथ साहिब जियां दी पावन हजूरी विच दूरों नेड़ेों चल करके संध्या दे दीवाना विच आप जी जो बैठे हो, भागा भरिया समा सतगुरां दी कृपा नाल मिलिया। आओ इनू सफला करिए। इतिहास के पावन प्रसंगां चों आप जी ने कवि जी दे ताई कीते सवाल जवाब सरवण कीते। जिस विच उन्होंने इतिहासक हवाले दे के शंका निवृत्त कीता है। किवें गुरु नानक साहब सच्चे पातशाह जी की पावन कथा दी पूथियां प्राप्त होइयां ते लिखी गई। इत्थे ही सवाल ते जवाब का सिलसिला संपूर्ण होया। आओ मुढ़ तो कथा का आगाज हो रहा है। किवें सृष्टि के मालिक गुरु नानक साहब महाराज दीन दुनिया का उद्धार करन लगे। बनाओ एकाग्रता, आसीस बख्शो, गज बज के आपको जी। सतनाम श्री वाहिगुरु साहिब जी। सतनाम श्री वाहिगुरु साहिब जी। श्री बाला संधुरवाच टोटक छंद। गुर नानक ध्यान सदा करिए। पाप बंधन में पुन न परिए। महान महापुरुष गुरु नानक साहब जियां दे प्रेमी सज्जन भाई साहब भाई बाला जी गुरु अंगद दे पातशाह जी नूं पावन कथा की आरंभता करके सुना रहे। पिछे जो ब्यौरा आप जी ने सुनिया वो लिखण वाले कवि जी का सी। मौजूदा हालातां दे शंके सवाल ते जवाब भी कितों कितों कथा प्राप्त हुई है। भाई बाला जी गुरु अंगद देव साहब जियां दे पावन दरबार विच कथा सुना रहे ने। सुनन वालियां विचों धिंगा नाई, भाई जीवा, बाबा बुढ़ा जी, और बड़े गुरु के गुरसिख ने भाई पारू जुलता वर्गे जो इस कथा नूं एक चौकड़े च बह के सुनते आ। कहते गुरु नानक साहब सच्चे पातशाह जी की पावन कथा सुनन वाला जम्मण मन विच नहीं होगा। भाई बाला जी दे विच भव सागर तो उहदा पार उतारा हुंदा है। जिन्हां ने गुरु नानक साहब जी नूं सुनिया ते वेखिया है, इसे करके भाई सदा उन्हां दी पुस्तक नूं सुनिया करो। उस बड़े दी वडियाई नूं सुनन वाला हर कोई बड़ा हो जांदा है। सुख सागर रूप उजागर जो। सब जीतन दंभ आगर जो। सुखां दे सागर ने सतगुरु गुरु नानक साहब महाराज। पखंड दे वास्ते बहुत बड़ा खतरा है। गुरु नानक साहब जी तो सिवाए बड़े दुनिया ते औलिए अवतार पीर पैगंबर आए, किसी ने कर्म कांड पखंड ते चोट नहीं मारी। सब ने अपने अपने पखंड शुरू किए। गुरु बाबे ने आके
कर्म कांड ਨੂੰ ਠੋਕਰ ਮਾਰੀ, ਭਾਵੇਂ ਉਹ ਕਿਸੇ ਵੀ ਧਰਮ ਵਿੱਚ ਸੀ। ਪਖੰਡ ਦਾ ਕੋਈ ਧਰਮ ਨਹੀਂ ਹੁੰਦਾ, ਪਰ ਪਖੰਡ ਹਰ ਧਰਮ ਦੇ ਵਿੱਚ ਕੀਤਾ ਜਾਂਦਾ ਹੈ। ਅਡੰਬਰ ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆ ਕੇ ਪਖੰਡਾਂ ਦਾ ਖੰਡਨ ਕੀਤਾ। ਉਸ ਵੇਲੇ ਕੀਤਾ ਜਿਸ ਵੇਲੇ ਕੋਏ ਆਖਿਆਂ ਤੋਂ ਵੀ ਸਜ਼ਾ ਮਿਲਦੀ ਸੀ, ਧਰਮੀ ਬੰਦੇ ਵੱਲ ਉਂਗਲ ਕੀਤਿਆਂ ਤੋਂ ਵੀ ਸਜ਼ਾ ਭੁਗਤਣੀ ਪੈਂਦੀ ਸੀ। ਉਸ ਦੌਰ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਖੰਡ ਦੇ ਵਿਰੁੱਧ ਆਵਾਜ਼ ਚੁੱਕੀ। ਕੱਲੀ ਆਵਾਜ਼ ਨਹੀਂ ਚੁੱਕੀ, ਦੰਭ ਪਖੰਡ ਨਾਸ਼ ਕਰਕੇ ਵਿਖਾਇਆ ਏ। ਦੁਖ ਦਰਦ ਦੋਖ ਨਿਕੰਦਨ ਹੈ, ਅਰਬਿੰਦ ਤੰਗ ਪਦ ਬੰਦਨ ਹੈ। ਭਾਈ ਬਾਲਾ ਜੀ ਕਹਿੰਦੇ ਐਸੇ ਸਾਹਿਬ ਸੱਜਣ ਦੀ ਕਥਾ ਦੁੱਖਾਂ ਨੂੰ ਕੱਟਦੀ ਹੈ ਤੇ ਸੁਣਨ ਵਾਲੇ ਦਾ ਹਿਰਦਾ ਕਾਲਜਾ ਅੰਦਰ ਕਵਲ ਫੁੱਲ ਵਾਂਗ ਖਿੜ ਜਾਂਦਾ ਹੈ। ਮੇਰੀ ਸਦਾ ਹੀ ਨਮਸਕਾਰ ਹੈ ਧੰਨ ਗੁਰੂ ਨਾਨਕ ਸਾਹਿਬ ਤੇਰੇ ਚਰਨਾਂ। ਕਿ ਉਹ ਕਹਿ ਰਹੇ ਨੇ ਜਿਨ੍ਹਾਂ ਨੇ ਸਾਰਾ ਜੀਵਨ ਗੁਰੂ ਨਾਨਕ ਸਾਹਿਬ ਜੀ ਨਾਲ ਬਤੀਤ ਕੀਤਾ। ਭਾਈ ਬਾਲਾ ਦੀ ਕਥਾ ਸੁਣਾਉਂਦੇ ਸੁਣਾਉਂਦੇ ਭਾਵੁਕ ਹੋ ਜਾਂਦੇ, ਪਿਆਰ ਵਿੱਚ ਭਿੱਜਿਆਂ ਦਾ ਮਨ ਭਿੱਜ ਜਾਂਦਾ ਏ। ਸੁਖ ਕੰਦ ਮੁਕੰਦ ਗਿਆਨ ਕਨੰ, ਸ਼ਰਨਾਗਤ ਕੀ ਅਗੇ ਓਗਹਨੰ। ਜਿਨ੍ਹਾਂ ਦੀ ਸ਼ਰਨ ਵਿੱਚ ਆਇਆ ਅਗ ਓਗ ਕੀਤੇ ਬਜਰ ਪਾਪ ਕੱਟੇ ਜਾਂਦੇ ਨੇ। ਐਸਾ ਸਤਿਗੁਰੂ ਮੁਕਤੀ ਦਾ ਦਾਤਾ, ਅੰਦਰ ਦਾ ਆਨੰਦ ਦੇਣ ਵਾਲਾ ਹੈ, ਜੋ ਸ਼ਰਨ ਆਇਆਂ ਦੀ ਲਾਜ ਰੱਖਦਾ। ਐ ਗੁਰੂ ਅੰਗਦ ਦੇਵ ਮਹਾਰਾਜ, ਮੈਂ ਉਸ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਾਉਣ ਲੱਗਿਆ। ਜਿਹਦੀ ਕਥਾ ਸੁਣਿਆ, ਜਿਹਦੀ ਮਹਿਮਾ ਸੁਣਿਆ, ਅੰਦਰ ਦਾ ਕਲੇਸ਼ ਮੁੱਕ ਜਾਂਦਾ ਏ। ਭਾਵ ਮੈਂ ਭਾਵ ਕਾਰਨ ਜਾਹੀ ਤਰਾ, ਅਬ ਚਾਹਤ ਤਾਹੀ ਸਪੂਰ ਕਰਾ। ਜਿਨ੍ਹਾਂ ਨੇ ਭਵ ਸਾਗਰ ਦੇ ਵਿੱਚ ਭਵ ਅਵਤਾਰ ਧਾਰਨ ਕੀਤਾ ਭਗਤੀ ਦਾ, ਗੁਰੂ ਨਾਨਕ ਸਾਹਿਬ ਮਹਾਰਾਜ ਨਾਮ ਦੇ ਅਵਤਾਰ ਨੇ ਬੰਦਗੀ ਦੇ, ਤੇ ਕਹਿੰਦੇ ਉਹ ਬੰਦਗੀ ਹੋ ਕੇ ਸੱਜਣਾ ਦੇ ਹਿਰਦੇ ਵਿੱਚ ਵਸ ਜਾਂਦੇ ਨੇ। ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵਸਦਾ ਨਾ, ਉਹਨਾਂ ਦੇ ਹਿਰਦੇ ਵਿਸ਼ਾਲ ਹੁੰਦੇ ਨੇ, ਨਿਮਰਤਾ ਨਾਲ ਭਰੇ ਹੁੰਦੇ ਨੇ, ਤੇ ਜਿਉਂ-ਜਿਉਂ ਨਿਮਰਤਾ ਆਉਂਦੀ ਤਿਉਂ-ਤਿਉਂ ਨੀਵੇਂ ਤੇ ਵੱਡੇ ਹੁੰਦੇ ਜਾਂਦੇ। ਨਿਵੈ ਸੁਭਾਉਣਾ ਹੋਏ। ਭਾਈ ਬਾਲਾ ਜੀ ਦੇ ਬਚਨਾਂ ਨੂੰ ਸੁਣ ਸੁਣ ਕੇ ਜਿੰਨੀ ਸੰਗਤ ਬੈਠੀ ਸੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰਬਾਰ ਵਿੱਚ, ਇੱਕ ਮਨ ਇੱਕ ਚਿੱਤ ਹੋ ਕੇ ਰਹਿ ਗਏ। ਚਿੜੀ ਵੀ ਚੂਕਦੀ ਨਹੀਂ। ਸੰਗਤਾਂ ਸ਼ਾਂਤ ਬੈਠੀਆਂ ਨੇ, ਸਭ ਦੇ ਨੇਤਰ ਬੰਦ ਨੇ, ਕਿਉਂਕਿ ਜਦੋਂ ਗੁਰੂ ਪਿਆਰੇ ਦੀ ਕਥਾ ਚੱਲਦੀ ਹੈ ਨਾ, ਆਪੇ ਸਰੀਰ ਦਾ ਕਿਤੇ ਵੀ ਖਿਆਲ ਨਹੀਂ ਹੁੰਦਾ, ਮਿਟ ਜਾਂਦੇ ਨੇ ਸਾਰੇ ਖਿਆਲ। ਅੰਤਰਮੁਖ ਹੋ ਕੇ ਸਿੱਖ ਸੁਣਦੇ ਆ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਨੇਤਰ ਕੀਤੇ ਬੰਦ, ਉਸ ਵੇਲੇ ਚੌਂਕੜਾ ਲਾਇਆ ਏ। ਮਤ ਮੰਦ ਨਿਰੇ ਨਰ ਭੂਰ ਭਰਿਓ, ਵਿਖ ਕੈ ਹਰ ਕੀਰਤ ਸੀਤ ਕਰਿਓ। ਜੇ ਕਿਸੇ ਮੰਦੀ ਮਤ ਵਾਲੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਨੂੰ ਸੁਣਿਆ, ਕਹਿੰਦੇ ਸੁਣ ਕੇ ਅੰਦਰ ਸ਼ਾਂਤ ਹੋਇਆ, ਅੰਦਰ ਸੀਤਲ ਹੋਇਆ। ਤਪਦੇ ਹਿਰਦਿਆਂ ਨੂੰ ਸਤਿਗੁਰਾਂ ਦੀ ਕਥਾ ਠਾਰਦੀ ਆ। ਸਤਿਨਾਮ ਤਪਦਾ ਹਿਰਦਾ ਹੋਵੇ ਅੰਦਰੋਂ ਵਿਕਾਰਾਂ ਨਾਲ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਅੰਦਰ ਸੀਤਲ ਬਣਾ ਦਿੰਦੀ ਹੈ। ਇਹ ਉਪਰ ਪਰ ਪਰੇ ਨਰ ਸੋ, ਪਦ ਪੰਕਜ ਸੇਵਤ ਜੋ ਔਰ ਸੋ। ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕਮਲਾਂ ਨੂੰ ਪੂਜਿਆ, ਕਹਿੰਦੇ ਉਹ ਆਪ ਪੂਜਣ ਯੋਗੀ ਹੋ ਗਏ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾ। ਜਿਨ੍ਹਾਂ ਗੁਰੂ ਦੀ ਪੂਜਾ ਕੀਤੀ, ਉਹਨਾਂ ਦੀ ਜਗ ਤੇ ਪੂਜਾ ਹੋਈ ਹੈ। ਗੁਰ ਰੂਪ ਵਿਖੇ ਨਿਤ ਧਿਆਨ ਤਰੈ, ਨਿਰਸੰਸ ਭਈ ਜਮਤੀ ਨ ਡਰੈ। ਜਿਨ੍ਹਾਂ ਨੇ ਗੁਰੂ ਦਾ ਧਿਆਨ ਹਿਰਦੇ ਵਿੱਚ ਧਾਰਨ ਕੀਤਾ, ਭਾਈ ਬਾਲਾ ਜੀ ਕਹਿੰਦੇ ਉਹ ਨਿਰਸ਼ੰਕੇ ਹੋ ਕੇ ਜਮਾ ਤੋਂ ਵੀ ਡਰਦੇ ਨਹੀਂ। ਸੋ ਡਰੇ ਜੇ ਪਾਪ ਕਮਾਵਦਾ ਧਰਮੀ ਬਿਨ ਸੇ। ਧਰਮੀ ਬੰਦੇ ਨੂੰ ਕਾਹਦਾ ਡਰ ਹੈ? ਡਰ ਹੁੰਦਾ ਪਾਪੀ ਨੂੰ ਜਿਹਨੇ ਪਾਪ ਕਮਾਉਣਾ ਹੈ। ਗੁਰੂ ਨਾਨਕ ਸਾਹਿਬ ਦੀ ਮਹਿਮਾ ਸੁਣ ਸੁਣ ਕੇ, ਸਤਿਗੁਰ ਦੀ ਕੀਰਤ ਸੁਣ ਕੇ ਕਰਕੇ ਅੰਦਰ ਦੇ ਵਿਕਾਰ ਤੇ ਅੰਦਰ ਦੇ ਪਾਪ ਨਾਸ਼ ਹੋਏ। ਕਿਸੇ ਜਮ ਕਿਸੇ ਵਿਕਾਰ ਦਾ ਡਰ ਕੋਈ ਨਹੀਂ। ਦੋਹਰਾ ਨਿਗ
ਇੱਕ ਸੇ ਭੋਰ ਸੁਲਤਾਨ ਤੇ ਮਰਦਾਨਾ ਸੰਗ ਲੀਨ। ਇਸ ਪਾਵਨ ਕਥਾ ਨੂੰ ਆਰੰਭ ਕਰਨ ਤੋਂ ਪਹਿਲਾਂ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਕੀਤੀ ਬੰਦਨਾ। ਕਹਿੰਦੇ ਆਓ ਸਿੱਖੋ ਸੁਰਤ ਨੂੰ ਉੱਤੇ ਲੈ ਕੇ ਚੱਲੀਏ। ਜਿਸ ਵੇਲੇ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਏ ਨਾ, ਸੁਲਤਾਨਪੁਰ ਲੋਧੀ ਦੀ ਧਰਤੀ, ਬੇਬੇ ਨਾਨਕੀ ਜੀ ਦੇ ਘਰੋਂ ਵਿਦਾਇਗੀ ਲਈ ਆ ਨਾ, ਭੈਣ ਜੀ ਇੱਕ ਅਹਿਸਾਨ ਸਾਡੇ ਤੇ ਕਰੋ, ਸਾਨੂੰ ਜਾਣ ਦੀ ਆਗਿਆ ਦੇ ਦਿਓ, ਮੋਹ ਦੀਆਂ ਤੰਦਾਂ ਚ ਨਾ ਪਾਇਓ। ਗੁਰੂ ਸਾਹਿਬ ਕਹਿੰਦੇ ਚੱਲ ਮਰਦਾਨਿਆ ਚੱਲੀਏ। ਕਹਿੰਦੇ ਚਲੋ ਬਾਦਸ਼ਾਹ। ਭਾਈ ਬਾਲਾ ਜੀ ਜਦੋਂ ਇਹ ਬਚਨ ਸੁਣਾਉਣ ਲੱਗੇ, ਗੁਰੂ ਅੰਗਦ ਦੇ ਪਾਤਸ਼ਾਹ ਸੁਰਤ ਕਰਕੇ ਸੁਲਤਾਨਪੁਰ ਦੇ ਵਿਹੜੇ ਆ ਗਏ। ਕਿਉਂਕਿ ਕਥਾ ਨੂੰ ਜਿਹੜਾ ਸੁਣਨਾ ਉਹ ਸਰੋਤ ਨਾਲ ਸੁਣਨਾ ਹੈ ਤੇ ਸਰਵਣ ਦਰਸ਼ਨ ਹੁੰਦੇ ਆ। ਜਦੋਂ ਤੱਕ ਅੰਦਰ ਜੁੜਦਾ ਨਹੀਂ ਨਾ, ਉਦੋਂ ਸੁਣਿਆ ਅਣਸੁਣਿਆ ਇੱਕੋ ਗੱਲ ਹੈ। ਤੇ ਜਿਹਦੀ ਸਰੋਤ ਡੂੰਘੀ ਹੋ ਗਈ ਨਾ, ਉਹਨੇ ਗੁਰੂ ਦੇ ਦਰਸ਼ਨ ਸਰਵਣ ਵਿੱਚੋਂ ਹੀ ਕਰ ਲਏ। ਗੁਰੂ ਅੰਗਦ ਦੇਵ ਮਹਾਰਾਜ ਤੇ ਬਾਕੀ ਸਿੱਖ ਸਰਵਣ ਦਰਸ਼ਨ ਕਰ ਰਹੇ ਆ ਤੇ ਭਾਈ ਬਾਲਾ ਜੀ ਬੋਲ ਰਹੇ ਆ, ਉਚਾਰ ਰਹੇ ਆ। ਕਹਿੰਦੇ ਸੁਲਤਾਨਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਹਿਜ ਸੁਭਾਈ ਹੁਕਮ ਕਰ ਦਿੱਤਾ, ਚੱਲ ਮਰਦਾਨਿਆ ਆਪਾਂ ਸੁਲਤਾਨਪੁਰ ਛੱਡ ਕੇ ਚੱਲੀਏ। ਮਹਲਾ ਨਨਤੀ ਬਚਪਣੇ ਸ੍ਰੀ ਗੁਰ ਪਰੰਪਰ ਬੀਨ। ਬੜੇ ਪਿਆਰੇ ਸਤਿਗੁਰਾਂ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਨੇ ਅੱਗੇ ਕੋਈ ਸਵਾਲ ਨਹੀਂ ਕੀਤਾ। ਕਹਿੰਦੇ ਸਤ ਬਚਨ ਗੁਰਦੇਵ ਚੱਲਦੇ ਨਾ, ਕੋਈ ਬਹੁਤੇ ਬਸਤਰ ਨਹੀਂ ਲਏ, ਜੋ ਕੁਝ ਕੋਲੇ ਹੈ ਉਹੀ ਲੈ ਕੇ ਤਿਆਰ ਹੋ। ਬੇਬੇ ਨਾਨਕੀ ਜੀ ਦੇ ਨੇਤਰ ਭਰੇ ਆ, ਸਤਿਗੁਰ ਛੱਡ ਕੇ ਚੱਲੇ ਆ। ਪਰ ਮਰਦ ਨੇ ਕਿਹਾ ਸੀ ਸਾਨੂੰ ਰੋਕਿਓ ਨਾ, ਅਸੀਂ ਤੁਹਾਡੇ ਤੋਂ ਬਚਨ ਮੰਗੇ ਹੈ, ਅਸੀਸ ਮੰਗੀ ਹੈ, ਤੁਹਾਡੇ ਤੋਂ ਬਚਨ ਲੈ ਕੇ ਅਸੀਂ ਵਿਦਾਇਗੀ ਲੈ ਕੇ ਚੱਲੇ ਆ, ਕਿਉਂਕਿ ਅਸੀਂ ਮੋਹ ਮਾਇਆ ਦੇ ਜਾਲ ਵਿੱਚ ਬੱਤੇ ਨਹੀਂ ਜਾ ਸਕਦੇ। ਤੇ ਬੇਬੇ ਜੀ ਜਾਣਦੇ ਸੀ ਸਤਿਗੁਰਾਂ ਦੇ ਜੀਵਨ ਦਾ ਮਿਸ਼ਨ ਕੀ ਹੈ। ਉਹਨਾਂ ਸਤ ਵਚਨ ਗਿਆ, ਮਨ ਭਰਿਆ ਸੀ। ਗੁਰੂ ਸਾਹਿਬ ਜੀ ਨੇ ਭੈਣ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਜੀਜਾ ਜੀ ਨੂੰ ਮੱਥਾ ਟੇਕਿਆ, ਪਰਮਾਨੰਦ ਜੀ ਨੂੰ ਨਮਸਕਾਰ ਕੀਤੀ, ਤੁਲਸਾਂ ਦਾਸੀ ਨੂੰ ਹੱਥ ਜੋੜ ਸੀਸ ਨਵਾਇਆ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮੁੱਖ ਦਰਵਾਜ਼ੇ, ਮੁੱਖ ਦਵਾਰ ਤੋਂ ਘਰ ਤੋਂ ਬਾਹਰ ਆ ਗਏ। ਓਟਕ ਛੰਦ ਚਲ ਵੇ ਚਿਤ ਚਾਹਤ ਹੋ ਕਿਤ ਕੋ, ਅਬ ਦੇਹੋ ਬਤਾਏ ਚਲੇ ਤਿਤ ਕੋ। ਜਿਸ ਵੇਲੇ ਚੱਲਦੇ ਚੱਲਦੇ ਸਤਿਗੁਰੂ ਸੁਲਤਾਨਪੁਰ ਲੋਧੀ ਦੀਆਂ ਜੂਹਾਂ ਜਾ ਗਏ ਨਾ, ਪਿੰਡੋਂ ਸ਼ਹਿਰੋਂ ਬਾਹਰ ਖੜ ਗਏ ਗੁਰੂ ਸਾਹਿਬ। ਸਤਿਗੁਰ ਕਹਿੰਦੇ ਮਰਦਾਨਿਆ ਦੱਸ ਭਾਈ ਕਿੱਥੇ ਜਾਣਾ। ਭਾਈ ਮਰਦਾਨਾ ਜੀ ਬੜੇ ਹੈਰਾਨ ਨੇ, ਗੁਰੂ ਬਾਬਾ ਪੁੱਛ ਰਹੇ। ਸਗੋਂ ਪੁੱਛਣਾ ਤੇ ਭਾਈ ਮਰਦਾਨਾ ਜੀ ਨੂੰ ਚਾਹੀਦਾ, ਮਰਦ ਕਿੱਥੇ ਜਾਣਾ ਆਪਾਂ ਨੇ। ਗੁਰਦੇਵ ਆਖਣ ਲੱਗੇ ਮਰਦਾਨਿਆ ਦੱਸ ਤੂੰ ਕਿੱਥੇ ਚੱਲੀਏ। ਇਹ ਨਿਮਰਤਾ ਸੀ ਸਤਿਗੁਰਾਂ ਦੀ, ਦਸੇ ਸਰੂਪਾਂ ਵਿੱਚ ਸਤਿਗੁਰਾਂ ਦੀ ਇਹ ਨਿਮਰਤਾ ਵੱਡੀ ਰਹੀ ਹੈ। ਹਮੇਸ਼ਾ ਆਪਣੇ ਸਿੱਖ ਨੂੰ ਗੁਰੂ ਹੋਣ ਦਾ ਰੁਤਬਾ ਦਿੰਦੇ ਰਹੇ। ਅੱਜ ਜਦੋਂ ਘਰੋਂ ਨਿਕਲਣ ਲੱਗੇ, ਮਰਦ ਕਹਿੰਦੇ ਮਰਦਾਨਾ ਜੀ ਜਿੱਥੇ ਤੁਸੀਂ ਕਹੋਗੇ ਅੱਜ ਉੱਥੇ ਚੱਲਾਂਗੇ। ਨਿਜ ਦਾਸ ਉਦਾਹਰਨ ਕਾਜ ਚਲੇ, ਬਹੁ ਮਾਨਵ ਕੇ ਜਿਨ ਦੁਖ ਦਲੇ। ਭਾਈ ਮਰਦਾਨਾ ਜੀ ਹੱਸ ਕੇ ਕਹਿੰਦੇ ਬਾਬਾ ਆਪਾਂ ਜਾਣਾ ਕਿੱਥੇ ਹੈ, ਕਿਹੋ ਦੀ ਥਾਂ ਤੇ ਜਾਣਾ ਚਾਹੁੰਦੇ। ਗੁਰੂ ਸਾਹਿਬ ਕਹਿੰਦੇ ਭਾਈ ਦੀਨ ਦੁਨੀਆ ਦਾ ਉਧਾਰ ਕਰਨ ਜਾਣਾ। ਜ਼ਮਾਨਾ ਕਾਰਨ ਹੈ, ਕਲਯੁਗੀ ਲੋਕ ਪਾਪਾਂ ਕਰਕੇ ਡੁੱਬਦੇ ਜਾ ਰਹੇ ਨੇ। ਚੱਲ ਮਰਦਾਨਿਆ ਕਿਸੇ ਦਾ ਭਲਾ ਕਰ ਆਈਏ। ਇਸੇ ਕਰਕੇ ਮਰਦ ਪੁੱਛਦੇ ਵੀ ਜਿੱਥੇ ਤੂੰ ਗਏਗਾ ਉੱਥੇ ਚੱਲਦੇ ਆ, ਦੱਸ ਚੱਲੀਏ ਕਿੱਧਰ। ਕੁਛ ਦੇਰ ਭਾਈ ਮਰਦਾਨਾ ਜੀ ਸੋਚਦੇ ਰਹੇ ਗੁਰੂ ਬਾਬਾ ਜੀ ਦੀ ਖੇਡ ਕੀ ਹੈ, ਕੀ ਚੂਜ ਵਰਤਾਉਂਦੇ ਨੇ। ਦਵਈਆ ਛੰਦ ਕਹਿ ਮਰਦਾਨਾ ਜਿਤ ਨਿਜ ਇੱਛਾ, ਗਛ ਹੋ ਸਵਾਸ ਸਰੀਰ। ਭਾਈ ਮਰਦਾਨਾ ਜੀ ਦੋਨੇ ਹੱਥ ਜੋੜ ਕੇ ਆਖਣ ਲੱਗੇ ਬਾਦਸ਼ਾਹ ਮੈਂ ਕੌਣ ਹੁੰਨਾ ਆਪ ਜੀ ਨੂੰ ਦੱਸਣ ਵਾਲਾ ਵੀ ਕਿੱਥੇ ਜਾਣਾ। ਮੋਗੋ ਦਾਸ ਤਮਨ ਕਾ ਜਾਣੋ, ਮੈਂ ਤੇ ਸੇਵਕ ਹਾਂ ਤੁਹਾਡਾ। ਜਿੱਥੇ ਆਪ ਜੀ ਦੀ ਇੱਛਾ ਹੈ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਇਸ ਸੇਵਕ ਨੇ ਤੇ ਤੁਹਾਡੇ ਨਾਲ ਨਾਲ ਚੱਲਣਾ ਹੈ।
मैं तुहाडी रजा च हां, इच्छा के मुताबिक हाँ, जिथे लेके जाओगे हमेशा नाल चलांगा। आगे तब पाछे हो चलहूं, श्री प्रभ गुणी गहीर। ते गुरु साहब का बचन मन्निया सी भाई मरदाना जी ने रवाब चुकी हुई है, मोटे ते रखी है। मरदाना जी कहते महाराज अगे अगे तुसी चलो, पिछे पिछे मैं चलूं। ये है प्यार सिक्खी का पे। गुरु साहब को भाई मरदाना जी ने अपना हुक्म नहीं सुनाया भी मैं किथे जाना चाहना। आदर सत्कार रुतबा दे रहे ने अपने प्यारे सतगुरु नूं, कहते महाराज मैं ते तुहाडे नक्शे कदमां ते पिछे पिछे चलना है। जिथे जिथे स्वामी जी आप जाओगे असी मगर मगर पिछे पिछे तुरदे आवांगे। जोग गुर कहे मन वधु, एक नगर और लिखिए। उस वेले सतगुरु कहते ठीक है मरदाने जे तेरा हुक्म इदा ना, हुक्म किड्डा वड्डा रुतबा होना भाई मरदाना जी दा, जिन्होंने गुरु नानक साहब भी कहते तेरा हुक्म सिर वरतो। ते असी लोकां ने भाई मरदाना जी नूं मजाक बनाया होया। अज तकरीबन स्टेजां ते इहो जिहियां गल्लां कई वार सुनाईਆਂ ਜਾਂਦੀਆਂ ਜਿਹਦੇ ਵਿੱਚ ਇਹ ਵਿਖਾਇਆ ਜਾਂਦਾ ਵੀ ਭਾਈ ਮਰਦਾਨਾ ਸਿਰਫ ਕਮੇਡੀਅਨ ਸੀ, ਇਹ ਤੋਂ ਬਾਅਦ ਅਸੀਂ ਸਿੱਧ ਨਹੀਂ ਕਰਦੇ, ਉਹ ਬ੍ਰਹਮ ਗਿਆਨੀ ਸਿੱਖ ਹੈ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਜਿੱਥੇ ਤੇਰਾ ਜਿਵੇਂ ਤੇਰਾ ਹੁਕਮ ਹੈ, ਕਹਿੰਦੇ ਬਾਬਾ ਜੀ ਆਪਾਂ ਜਾਣਾ ਕਿੱਥੇ ਹੈ? ਮਰਦ ਕਹਿੰਦੇ ਸਾਡਾ ਇੱਕ ਪਿਆਰਾ ਰਹਿੰਦਾ ਏਮਨਾਬਾਦ ਦੀ ਧਰਤੀ ਤੇ, ਆਪਾਂ ਉੱਥੇ ਜਾਣਾ ਹੈ। ਚਲੋ ਜੀ ਪਾਤਸ਼ਾਹ ਮੈਨੂੰ ਰਸਤੇ ਦਾ ਨਹੀਂ ਪਤਾ, मैं कदे अपने पिंड गरां घर तो बाहर नहीं आया, आप जी अगे अगे चलो फिर पिछे पिछे चलदा आऊंगा, हां दे नाल ही आ। सतगुरु कहंदे उत्थे साडा एक प्यारा सानू चेते करदा ए। तहे तखान इक लालो वसई, चले प्राकते भिखिए। इस सफर को सतगुरां ने सुल्तानपुर लोधी तो शुरू किया है, चल पए ने। भाई मरदाना जी कदे भी सतगुरां दे बराबर नहीं सी तुरदे, चलना थोड़ा जिहा पिछे हो के चलना, सत्कार रुतबा इज्जत देनी। चलते चलते बचन चले, कहते महाराज उत्थे कौन है ਏਮਨਾਬਾਦ? सुभाविक पुछ रहे हैं। सतगुरु कहते एक भाई लालो नाम दा साडा प्यारा है, बड़ी सिੱਖੀ कमाਉਂਦਾ ਏ, ਤਰਖਾਣਾ ਦੀ ਜਾਤ ਵਿੱਚੋਂ। ਅੱਗੇ ਜਾਤਾਂ ਹੰਕਾਰ ਵਾਸਤੇ ਨਹੀਂ ਸੀ ਹੁੰਦੀਆਂ, ਜਾਤਾਂ ਕਰਕੇ ਵੇਖਿਆ ਜਾਂਦਾ ਸੀ ਕੌਣ ਕਿਹਦਾ ਨਾਮ ਹੈ। ਇੱਕ ਨਾਮ ਦੇ ਇੱਕ ਪਿੰਡ ਵਿੱਚ ਕਈ ਲੋਕ ਹੁੰਦੇ ਸੀ। ਹੁਣ ਏਮਨਾਬਾਦ ਕਿੰਨਾ ਵੱਡਾ ਸ਼ਹਿਰ ਹੈ, ਤੇ ਏਮਨਾਬਾਦ ਦੇ ਵਿੱਚ ਕੀ ਭਾਈ ਲਾਲੋ ਇੱਕੋ ਹੀ ਹੈ? ਅੱਗੇ ਤੇ ਨਾਮ ਵੀ ਗਿਣਤੀ ਦੇ ਹੁੰਦੇ ਸੀ, ਸੌਖੇ ਜਿਹੇ ਨਾਮ ਸੀ, ਉਹੀ ਨਾਮ ਦੇ ਕਈ ਬੰਦੇ ਹੁੰਦੇ ਸੀ। गुरु साहब कहते तरखाना दे विचों है भाई लालो लकड़ का काम करता है। लकड़ का काहदा काम करता सी? मंजे बनाने, पीढ़ियां बनाउणियां, छोटे छोटे काम हथी किरत करते सी, सेवा करते सी भाई लालो। गुरु पातशाह कहते मरदानिया साडा चित करदा उहनूं मिलण वास्ते। आप जी ने बड़ी बार भाई लालो जी का इतिहास सुनिया होना, बड़ी बार सुनिया होना, हर कोई सुना दिंदा है, पर इतिहास के मुताबिक सुन के वेखो भी असल प्रसंग किवें बीतिया सी। साखियां होर हुंदियां ने, इतिहास होर हुंदा। साखियां दे विच मसाले लगदे हुंदे, जिहड़ी मर्जी गल जिवें मर्जी सुणा दिओ सौखी है, पर इतिहास विच जो लिखिया होगा ना एज इट इज लिखिया होगा, जिवें जिवें बीतिया है। मर्द कहते वो साडा बड़ा प्यारा सिख है, सानू चेते नित करदा है, वो रोज ही अरदास करदा है, ऐ गुरु बाबा गुरु नानक साहब कदे आते जाओ, कदे मिल के जाओ। ये विद कह कर कमल बदन ते, मंद मंद गत जाए। पदवी में पद पंकज सुंदर, दास हृदय शुभ साए। हिरदियां दे विच प्रेम पैदा करन वाले गुरु नानक साहब महाराज कहंदे हौली हौली बड़े प्यार विच कदम कदम टुरदे जांदे। ते सतगुरां तो दो कदम पिछे हट के भाई मरदाना जी चलदे आ। किते रब दीयां गल्लां चल पैंदियां, किते सहज सुभाਅ दुनिया दी गल चलदी। कई वार कई माइल दा सफर चुप चपीते तय कर जांदे, नहीं बोलदे कोई, पर तोरा अपनी मंजिल वाल रहेगा।
ਏਮਨਾਬਾਦ ਦੇ ਰਾਹ ਤੇ ਸਤਿਗੁਰ ਜੀ ਪੈ ਗਏ ਨੇ। ਵਾਸਰ ਦਸ ਸਪਤਮ ਮਹਿ ਪਹੁੰਚੇ ਨਗਰ ਏਮਨਾਬਾਦੋ ਗਏ ਸਦਨ ਤੇ ਦੋਖ ਨਿਕੰਦਨ ਸੇਵਕ ਦਾ ਅਹਿਲਾਦੋ। ਲਗਾਤਾਰ ਚੱਲਦੇ ਗਏ, 7 ਦਿਨ ਬਤੀਤ ਹੋ ਗਏ, ਇੱਕ ਹਫ਼ਤਾ ਲੰਘ ਗਿਆ। ਆਖਰਕਾਰ ਰਾਤ ਕੱਟਦੇ ਆ, ਦਿਨੇ ਫੇਰ ਚੱਲ ਪੈਂਦੇ, ਰਾਤਾਂ ਫੇਰ ਕਿਤੇ ਰਾਹ ਵਿੱਚ ਆਉਂਦਾ ਮੁਸਾਫਰਖਾਨਾ ਕੱਢ ਲੈਂਦੇ ਆ, ਕਿਤੇ ਜੰਗਲਾਂ 'ਚ ਸੌਂ ਜਾਂਦੇ ਆ। ਫੇਰ 10 ਦਿਨ ਹੋਰ ਕੱਟੇ ਸਫ਼ਰ 'ਚ। ਟੋਟਲ 17 ਦਿਨ ਲੱਗੇ ਸੁਲਤਾਨਪੁਰ ਲੋਧੀ ਤੋਂ ਲੈ ਕੇ ਏਮਨਾਬਾਦ ਤੱਕ ਦੇ ਤੁਰ ਕੇ, ਪੈਦਲ ਤੁਰ ਕੇ ਨਹੀਂ ਗਏ, ਪੈਦਲ 17 ਦਿਨਾਂ ਦਾ ਸਫ਼ਰ ਤੈਅ ਕੀਤਾ। ਏਮਨਾਬਾਦ ਵਿੱਚ ਆ ਗਏ। ਏਮਨਾਬਾਦ ਨਗਰ ਤੋਂ ਬਾਹਰ ਚੜ੍ਹਦੇ ਵਾਲੇ ਪਾਸੇ ਭਾਈ ਲਾਲੋ ਦਾ ਕੱਚਾ ਜਿਹਾ ਘਰ ਸੀ, ਛੱਡ ਪਾਈ ਹੋਈ ਹੈ। ਹੁਣ ਏਮਨਾਬਾਦ ਬਹੁਤ ਵੱਡਾ ਸ਼ਹਿਰ ਹੈ। ਗੁਰੂ ਸਾਹਿਬ ਘਰ ਜਾਣਦੇ ਸੀ, ਕਿਉਂਕਿ ਪਰਮਾਤਮਾ ਨੇ। ਜੇ ਹੁੰਦਾ ਕੋਈ ਅਣਜਾਣ ਵਿਅਕਤੀ, ਜੇ ਵਿਅਕਤੀ ਹੁੰਦਾ ਉਹਨੇ ਪੁੱਛਣਾ ਸੀ ਵੀ ਫਲਾਣੇ ਬੰਦੇ ਦਾ ਘਰ ਕਿੱਥੇ ਹੈ, ਕਿਹੜੇ ਪਾਸੇ ਹੈ। ਮਹਾਰਾਜ ਨੇ ਘਰ ਨਹੀਂ ਪੁੱਛਿਆ। ਭਾਈ ਮਰਦਾਨਾ ਜੀ ਦੇ ਨਾਲ ਚੱਲਦੇ ਏਮਨਾਬਾਦ ਪਹੁੰਚੇ। ਸਹਿਜ ਸੁਭਾਅ ਕਹਿੰਦੇ ਭਾਈ ਲਾਲੋ ਦੇ ਘਰੇ ਆ ਗਏ। ਗੁਰੂ ਸਾਹਿਬ ਆ ਕੇ ਦਰਵਾਜ਼ੇ 'ਚ ਖੜੇ ਹੋਏ। ਕੱਢਿਆ ਭਾਗਾਂ ਵਾਲਾ ਸਿੱਖ ਹੋਣਾ, ਰੱਬ ਨੂੰ ਚੇਤੇ ਕੀਤਾ ਤੇ ਸੱਜਣ ਹਾਜ਼ਰ ਹੋ ਗਿਆ। ਸਤਿਨਾਮ ਚੇਤਿਆਂ ਦੀ ਵਸਿਆ ਸੀ। ਭਾਈ ਮਰਦਾਨਾ ਸਤਿਗੁਰਾਂ ਤੋਂ ਪਿੱਛੇ ਖੜੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦਹਲੀਜ਼ ਦੇ ਖੜ ਕੇ ਆ ਕੇ ਆਵਾਜ਼ ਦਿੱਤੀ, ਕੋਈ ਘਰ ਹੈ? ਅੰਦਰ ਨਹੀਂ ਆਏ। ਸਿਆਣੇ ਵਿਅਕਤੀ ਦੀ ਨਿਸ਼ਾਨੀ ਹੁੰਦੀ ਹੈ, ਪਹਿਚਾਣ ਹੁੰਦੀ ਹੈ, ਭਾਵੇਂ ਆਪਣੇ ਹੀ ਘਰ ਚੱਲਿਆ ਹੈ, ਆਵਾਜ਼ ਦੇ ਕੇ ਅੰਦਰ ਆਊਗਾ, ਦਰਵਾਜ਼ਾ ਖੜਖੜਾ ਕੇ ਆਊਗਾ, ਰਿੰਗ ਕਰਕੇ ਆਊਗਾ। ਸਤਿਗੁਰਾਂ ਨੇ ਦਰਵਾਜ਼ੇ ਤੇ ਅਲਖ ਜਗਾਈ, ਆਵਾਜ਼ ਦਿੱਤੀ, ਕੋਈ ਘਰ ਹੈ? ਕਹਿੰਦੇ ਜਦੋਂ ਕਿ ਆਵਾਜ਼ ਸੁਣੀ ਭਾਈ ਲਾਲੋ ਨੇ, ਆਵਾਜ਼ ਦੁਨੀਆ ਤੋਂ ਵੱਖਰੀ ਸੀ, ਕਸ਼ਿਸ਼ ਸੀ ਆਵਾਜ਼ ਵਿੱਚ, ਖਿੱਚ ਸੀ। ਇੱਕਦਮ ਦਹਲੀਜ਼ ਵਾਲੇ ਪਾਸੇ ਵੇਖਿਆ, ਕਿਉਂਕਿ ਕੱਚਾ ਘਰ ਹੈ, ਛੰਨ ਪਈ ਹੈ, ਦਰਵਾਜ਼ਾ ਨਹੀਂ ਲੱਗਾ ਕੋਈ, ਡੋਰ ਨਹੀਂ ਲੱਗਾ ਕੋਈ। ਉਸ ਦਹਲੀਜ਼ ਤੇ ਸਤਿਗੁਰ ਖੜੇ ਆ ਤੇ ਮੇਰੇ ਵਰਗਾ ਗੋਲੀ ਵਾਂਗੂ ਕਿਸੇ ਦੇ ਘਰੇ ਸਿੱਧਾ ਜਾਂਦਾ, ਨਾ ਦਰਵਾਜ਼ਾ ਖੜਕਾਇਆ, ਨਾ ਆਵਾਜ਼ ਮਾਰੀ। ਇਹ ਕੀ ਹੈ? ਬੇਵਕੂਫੀ ਦੀ ਨਿਸ਼ਾਨੀ। ਸਿਆਣੇ ਲੋਕਾਂ ਦੀ ਹਮੇਸ਼ਾ ਪਹਿਚਾਣ ਹੈ, ਜਦ ਵੀ ਆਉਣਗੇ ਦਰਵਾਜ਼ਾ ਖਟਖਟਾ ਕੇ ਆਉਣਗੇ। ਧਰਮੀ ਬੰਦੇ ਦੀ ਨਿਸ਼ਾਨੀ। ਗੁਰੂ ਸਾਹਿਬ ਨੇ ਆਵਾਜ਼ ਦਿੱਤੀ, ਪਹਿਲੀ ਆਵਾਜ਼ ਮਾਰੀ, ਨਹੀਂ ਪਤਾ ਲੱਗਾ, ਦੂਜੀ ਆਵਾਜ਼ ਸੁਣੀ, ਸੁਣ ਲਈ ਹੈ, ਸਮਝ ਨਹੀਂ ਆਉਂਦਾ ਤੋਂ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਰੱਬੀ ਰੂਹ ਪਰਮਾਤਮਾ ਦੀ ਭਾਈ ਮਰਦਾਨਾ ਜੀ ਦੇ ਸਮੇਤ 17 ਦਿਨ ਦਾ ਪੈਦਲ ਸਫ਼ਰ ਤੈਅ ਕਰਕੇ ਥੱਕੇ ਟੁੱਟੇ ਹੋਏ ਨੇ। ਹਾਲਤ ਕੈਸੀ ਹੋਣੀ? 17 ਦਿਨ ਤੁਰਨਾ ਖੇਡ। ਭਾਈ ਮਰਦਾਨੇ ਨੇ ਤੇ ਇੰਨਾ ਸਫ਼ਰ ਕਦੇ ਕੀਤਾ ਨਹੀਂ ਸੀ। ਉਹ ਵੀ ਚੁੱਪ ਚਪੀਤੇ ਸਤਿਗੁਰਾਂ ਦੇ ਨਾਲ ਦੇ ਮੋਢੇ ਤੇ ਰਵਾਬ ਹੈ। ਜਦੋਂ ਮਰਦ ਨੇ ਆਵਾਜ਼ ਮਾਰੀ, ਭਾਈ ਲਾਲੋ ਦੇ ਅੰਦਰ ਨੂੰ ਖਿੱਚ ਗਈ ਵੀ ਇਹ ਆਵਾਜ਼ ਕੋਈ ਦੁਨਿਆਵੀ ਲੱਗਦੀ ਨਹੀਂ। ਏਰ ਮੁਖਾਰ ਬਿੰਦ ਪਾਠਾਂਡੋ ਪਦ ਬੰਦਨ ਕਰ ਬੰਦੇ ਦਰਸ਼ ਬਿਲੋਕਤ ਸ਼ਾਂਤ ਭਈ ਮਨ ਲਾਲੋ ਹਿਰਦੇ ਆਨੰਦੇ। ਮਿੱਠੀ ਪਿਆਰੀ ਆਵਾਜ਼ ਸੁਣ ਕੇ ਭਾਈ ਲਾਲੋ ਜੀ ਵਿਹੜੇ 'ਚ ਆਏ। ਜਦੋਂ ਵੇਖਿਆ ਦੋ ਫਕੀਰ ਖੜੇ ਨੇ ਸਾਈਂ ਦੇ, ਜਾਣਦੇ ਨਹੀਂ ਨੇ ਕੌਣ ਹੈ। ਆਪ ਜੀ ਨੇ ਬੜੀ ਵਾਰ ਸੁਣਿਆ ਹੋਣਾ, ਭਾਈ ਲਾਲੋ ਚੇਤੇ ਕਰਦੇ ਭੱਜ ਕੇ ਮਰਦ ਦੇ ਚਰਨੀ ਡਿੱਗ ਪਏ, ਐਸਾ ਕੁਝ ਨਹੀਂ ਹੋਇਆ, ਸੁਣੋ ਸੱਚ ਕੀ ਹੈ। ਭਾਈ ਲਾਲੋ ਨੇ ਵੇਖਿਆ ਦੋ ਰੱਬ ਦੇ ਪਿਆਰੇ ਆਏ ਨੇ, ਲੱਗਿਆ ਕੋਈ ਫੁਲਕਾ ਛਕਣ ਵਾਲਾ ਹੋਣਾ ਫਕੀਰ, ਦੋ ਜਣੇ ਰਾਹੀ ਪਾਂਦੀ ਹੋਣੇ। ਦੇਖ ਕੇ ਉਹਨੇ ਨਾ ਮੱਥਾ ਟੇਕਤਾ, ਨਮਸਕਾਰ ਕਰਤੀ ਚਰਨਾਂ। ਅੱਗੇ ਰਿਵਾਜ ਹੁੰਦਾ ਸੀ ਕੋਈ ਸਾਧੂ ਮਹਾਂਪੁਰਖ ਘਰ ਆਵੇ ਮੱਥਾ ਟੇਕਣ, ਨਮਸਕਾਰ ਕਰਨੀ, ਆਪ ਤੋਂ ਵੱਡਿਆਂ ਦੇ ਪੈਰੀ ਹੱਥ ਲਾਉਣੇ। ਕਹਿੰਦੇ ਜਦੋਂ ਭਾਈ ਲਾਲੋ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਨਾ, ਮਨ ਨੂੰ ਅੰਦਰੋਂ ਸ਼ਾਂਤੀ ਹੋ ਗਈ, ਅੰਦਰੇ ਅੰਦਰ ਫੀਲਿੰਗ ਆ ਰਹੀ ਹੈ, ਬੜਾ ਚੰਗਾ ਜਿਹਾ ਲੱਗ ਰਿਹਾ ਸਾਰਾ ਕੁਝ, ਘਰ ਦਾ ਮਾਹੌਲ ਬੜਾ ਵਧੀਆ ਲੱਗਣ ਲੱਗ ਗਿਆ। ਪਰ ਨਹੀਂ ਜਾਣਦਾ ਵੀ ਇਹ ਕੌਣ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਘਰ ਗਏ ਨੇ, ਭਾਈ ਲਾਲੋ ਗੁਰੂ ਨਾਨਕ ਸਾਹਿਬ ਨੂੰ ਨਹੀਂ ਜਾਣਦੇ, ਸੁਣੀ ਚੱਲੋ, ਨਹੀਂ ਜਾਣਦੇ ਉਹ ਗੁਰੂ ਸਾਹਿਬ, ਪਰ ਗੁਰੂ ਸਾਹਿਬ ਜਾਣਦੇ ਆ ਵੀ ਮੇਰਾ ਪਿਆਰਾ ਮੈਨੂੰ ਚੇਤੇ ਕਰਦਾ।
फेस टू फेस पहली बार सामने आए ने, पर अजे जान पछाण नहीं हुई। मत्था टेकिया भाई लालो जी ने, बैठण नूं नहीं कहा, बैठण नूं ते तां कहूगा जे जाणदा होਊ। अपने घर कोई अनजान व्यक्ति आ जाए, आप गेट नाल झूठी जाने, हाँ भाई किदां आए हैं, किहनूं मिलना है, जे वेख्या जान पछाण नहीं, कहते नहीं जी ये गलत एड्रैस है। ते जे कोई जान पछाण होवे उन्होंने दूरों वेख के कहीदा लंघ आओ, आ जाओ अंदर आ जाओ जी, आ पक्खा ला ला सोफे दे अपनी बह। हुण भाई लालो दे छपरी पाई हुई है, कच्चा जिहा घर है, दरवाजा कोई है नहीं, खुला ही है। गुरु नानक साहब महाराज जाके जो खड़े ने, उन्हें मत्था टेकता दहलीज विच ही, थोड़ा जके आए, भाई लालो वेख है कौन, मैं तो जानदा नहीं, ना मेरे रिश्तेदार ने, ना साथ संबंधी ने, ना मैं कदे मिलिया। ये फकीर कौन ने, बड़े चंगे जात दे ने। चित कर तार नित हवे तो को, बैस किरत को करिए, बूझत लालो आए कित ते, करना सदन उचरिए। जिस वेले भाई लालो जी ने मत्था महाराज नूं टेकिया ना, गुरु नानक साहब महाराज पता की कहंदे, पहला वचन कहंदे तैनू करतार चित आवे, रब चित आवे तैनू, ते तू किरत अपनी सच्ची सुची इदां ही करदा रहो। वचन बड़े प्यारे सी, किरत करो, नाम जपो। इन्हां वचनां दा भाव ते यही है ना भी करतार चित आवे, तैनू रब याद रवे, ते तू किरत भी करे, किरत विच तैनू रब चेते होना चाहिए। भाई लालो ने पहला सवाल किया, कहते तुसी कौन हो। अंदर इन्ना क जान गया भी कोई साधु है, कोई फकीर है। गुरमुखो कितना फर्क है साथियों के प्रसंग है ना। भाई लालो जी ने सवाल किया गुरु नानक साहब जी को, कहता जी मैं आप जी को नहीं जानता, तुसी कौन, क्योंकि उन्होंने आसीस बहुत वड्डी दी है भी तेनू रब चेते आवे, तू किरत करे, तेरा भला होवे, तू हमेशा खुश रहे, शांत रहे। कहते बचन बड़े चंगे लगे। इन्हां बचनां ने अंदर हिरदे विच घर कर लिया भाई लालो दे, क्योंकि बचनां विच सद्या है, बोलां च सुगंधी है, प्यार मुहब्बत दिसदी है। दोने हाथ जोड़ के भाई लालो पुछदे आ, कहंदे तुसीं कौन हो। मैं नहीं पछाणिया नहीं, मैं आप जी नूं जानदा ही नहीं। वेस अपूर्व रूप अनुपम, मदर मुखर गत दैना। तुहाडे रसना दे बोल बड़े मिठे आ, वेश भूषा तुहाडी साधुआं वर्गी है, साधुआं वर्गी है। अज महाराज ने तन ते कपड़े किहो जे पाए होए आ, भगवे जी कपड़े पाए आ, भेख बना के साधा वाला तुरे पए, माड़ा पाइयां दो चार बच्चे। उसे भुलेखे भाई लालो लग सोचदा है कोई आउंदा जांदा राही पांदी साधु फकीर होना। सोचिया चला छपरी वाले कोल तो खुल के छक जाने आ, रात कट जाने आ, क्योंकि भाई लालो सबकी सेवा करते सी। गुरु साहब नूं कहंदा जी तुहाडे बचनां विच प्यार बड़ा है, मिठास बड़ी है, मेरे मन नूं मोहदे आ, पर तुसीं कौन हो मैं नहीं जानदा, क्योंकि तुहाडा ये रूप मैं पहला कदे वेखिया नहीं। पर वेखिया वेखिया लगदा को सतनाम, देखिया देखिया जिंदगी एक तरह दी नहीं। बड़ी बार अपने नाल हुंदा, मेरे नाल बड़ी बार होया, तुहाडे नाल भी हुंदा होऊगा। कुछ चेहरे इदां दे हुंदे आ आपां कदे नहीं मिले, कुछ थावां इहो जिहियां हुंदियां आपां कदे गए ही नहीं हुंदे, पर लगदा है मैं थां बारे भी जानदा। इस घर मैं पहला कदे आया, इस शहर विच किते आया होया, मैं इस बाग विच किते आया सी, पर इस समय विच ते आपां पहली बार किसी कंट्री च जा रहे हैं, पहली बार ट्रैवल किया है, इदां लगदा वेख के मैं इत्थे ते लगदा बड़ी बार आया होया है। मैं इस बंदे नूं जानदा, पर वो कहता भाई साहब मैं तो पहली बार वेखिया, मैं जानदा नहीं। उते आपां की कहंदे तैनूं किते वेखिया वेखिया लगदा, ਉਹਦਾ ਭਾਵ ਕੀ ਆਪਾਂ ਇੱਕ ਨਹੀਂ। ਇਸ ਵੇਲੇ ਆਪਣਾ ਕੋਈ ਦੂਜਾ ਰੂਪ ਕਿਸੇ ਹੋਰ ਧਰਤੀ ਤੇ ਵੀ ਬੈਠਾ, ਜਿਵੇਂ ਟਾਈਮ ਟਰੈਵਲ ਵਕਤ ਵਿੱਚ ਜਾਣਾ। ਸਾਡੀ ਮੈਮਰੀ ਜਿਹੜੀ ਅੰਦਰ ਦੀ ਹੈ ਨਾ, ਉਹ ਜਨਮਾਂ ਜਨਮਾਂ ਦੀ ਹੈ। किस बंदे को किस थां ते असीं कदों मिले आ, साडी मैमरी च स्टोर है, पर सानू पता नहीं लग रहा।
ਅਸੀਂ ਉਸ ਵਿਅਕਤੀ ਨੂੰ ਵੀ ਮਿਲੇ ਹੋਏ ਆ, ਉਹ ਥਾਂ ਤੇ ਪਹਿਲਾਂ ਵੀ ਆਏ ਹੋਏ ਆ, ਪਰ ਯਾਦ ਜਾਂ ਨਹੀਂ ਆਉਂਦਾ ਵੀ ਇਸ ਦੁਨੀਆ ਦੇ ਵਿੱਚ ਪਹਿਲੀ ਵਾਰ ਇਸ ਬੰਦੇ ਦੇ ਮੈਂ ਘਰ ਆਇਆ, ਪਰ ਮੈਨੂੰ ਇਦਾਂ ਕਿਉਂ ਲੱਗੀ ਜਾਂਦਾ ਮੈਂ ਇਹਨਾਂ ਸਾਰਿਆਂ ਨੂੰ ਜਾਣਦਾ। ਇਹ ਕੀ ਹੈ? ਊਤਲਾ ਜੀ ਸੁਰਤ, ਜਿਸ ਸੁਰਤ ਵਿੱਚ ਸਭ ਕੁਝ ਸਮਾਇਆ ਹੋਇਆ ਹੈ। ਬੜੀਆਂ ਧਰਤੀਆਂ ਰੱਬ ਦੇ ਪਿਆਰੇ ਜਿੱਥੇ ਜਾ ਕੇ ਹੁੰਦੇ ਆ, ਬੜੇ ਐਸੇ ਲੋਕ ਸਾਨੂੰ ਜ਼ਿੰਦਗੀ ਵਿੱਚ ਮਿਲਦੇ ਆ ਜਿਨ੍ਹਾਂ ਨੂੰ ਅਸੀਂ ਪਹਿਲਾਂ ਤੋਂ ਜਾਣਦੇ ਹੁੰਦੇ ਆ, ਪਰ ਐਕਚੁਅਲ ਵਿੱਚ ਉਹ ਸਾਨੂੰ ਨਹੀਂ ਜਾਣਦੇ ਸੀ, ਉਹਨਾਂ ਨੂੰ ਜਾਣਦੇ, ਪਰ ਪਤਾ ਸਾਨੂੰ ਉਹਨਾਂ ਬਾਰੇ ਹੁੰਦਾ ਹੈ। ਉਹ ਹੁੰਦੇ ਪੂਰਬਲੇ ਜਨਮ ਦੀਆਂ ਗੱਲਾਂ ਜੁੜੀਆਂ ਹੋਈਆਂ। ਕਿਸੇ ਹੋਰ ਧਰਤੀ ਤੇ ਵੀ ਇਹੋ ਜਿਹਾ ਵਰਤਾਰਾ ਵਰਤ ਰਿਹਾ, ਇਹੋ ਜਿਹਾ ਸਭ ਕੁਝ ਹੋ ਰਿਹਾ, ਸਭ ਸੇਮ ਹੈ। ਉੱਥੇ ਵੀ ਕੋਈ ਸਾਡੇ ਨਾਮ ਦਾ ਬੰਦਾ ਹੋਣਾ, ਉਹਦੇ ਨਾਲ ਵੀ ਬੀਤਦਾ ਹੋਣਾ, ਉਹ ਖਿਆਲ ਮੈਚ ਕਰਦੇ। ਭਾਈ ਲਾਲੋ ਪੂਰਨ ਤੋਂ ਸਿੱਖ ਆ ਨਾ, ਅੱਜ ਦਾ ਥੋੜੀ। ਉਹ ਸੁਰਤ ਕਰਕੇ ਤੇ ਪਤਾ ਨਹੀਂ ਮਰਦ ਨੂੰ ਕਿੰਨੀ ਵਾਰੀ ਮਿਲੇ ਆ, ਪਰ ਉਹ ਚਿਹਰੇ ਕਰਕੇ ਪਹਿਲੀ ਵਾਰ ਮਿਲੇ ਹੈ। ਕਹਿੰਦਾ ਜੀ ਤੁਹਾਨੂੰ ਕਿਤੇ ਵੇਖਿਆ ਲੱਗਦਾ ਹੈ, ਪਹਿਲਾਂ ਆਪਾਂ ਕਦੇ ਮਿਲੇ ਨਹੀਂ, ਆਪਾਂ ਕਦੇ ਵੇਖਿਆ ਨਹੀਂ, ਤੁਸੀਂ ਘਰੇ ਆਏ ਹੋ, ਮੇਰੇ ਘਰ ਦਾ ਐਡਰੈਸ ਤੁਹਾਨੂੰ ਕਿਹਨੇ ਦਿੱਤਾ ਹੈ, ਪਤਾ ਕਿਹਨੇ ਦਿੱਤਾ ਹੈ? ਕਿਹਨੇ ਆਏ? ਮਤਲਬ ਇੱਕ ਸਵਾਲ ਸੀ ਜਾਣਨ ਬਾਰੇ, ਇਸ ਲਈ ਉਹ ਸਵਾਲ ਕਰਦੇ ਆ ਵੀ ਇਹਨਾਂ ਦੋ ਰੱਬ ਦੇ ਪਿਆਰਿਆਂ ਨੂੰ ਮਿਲ ਕੇ ਮੈਨੂੰ ਕਿਉਂ ਇਦਾਂ ਲੱਗਦਾ ਵੀ ਇਹ ਮੇਰੇ ਨੇ। ਆਖੋ ਸਤਿਨਾਮ। ਜੀਵਨ ਵਿੱਚ ਕਈ ਲੋਕ ਤੁਹਾਡੇ ਐਸੇ ਹੁੰਦੇ ਆ, ਤੁਸੀਂ ਉਹਨਾਂ ਨਾਲ ਦੁਸ਼ਮਣੀ ਵੀ ਪਾ ਲਓ, ਵੈਰ ਵੀ ਪਾ ਲਓ, ਪਰ ਅੰਦਰੋਂ ਲੱਗੀ ਜਾਂਦਾ ਹੈ ਮੇਰੇ ਆ, ਸਾਡੇ ਆਪਣੇ। ਕਿਉਂ? ਕੋਈ ਪਿਛਲੇ ਜਨਮ ਦਾ ਸੰਬੰਧ। ਲੱਖ ਟੁੱਟਣ ਦੇ ਬਾਵਜੂਦ ਵੀ ਟੁੱਟਿਆ ਨਹੀਂ ਜਾਂਦਾ। ਭਾਈ ਲਾਲੋ ਗੁਰੂ ਸਾਹਿਬ ਨੂੰ ਇਹ ਪੁੱਛਦੇ ਆ, ਕਹਿੰਦਾ ਪਾਤਸ਼ਾਹ ਮੈਂ ਨਹੀਂ ਤੁਹਾਨੂੰ ਜਾਣਦਾ, ਮਹਾਂਪੁਰਖੋ ਮੈਂ ਕਦੇ ਤੁਹਾਨੂੰ ਵੇਖਿਆ ਹੀ ਨਹੀਂ, ਆਪ ਜੀ ਕਿੱਥੋਂ ਆਏ ਹੋ? ਚੀਤ ਨਿਰੰਤਰ ਪ੍ਰੀਤ ਵਦੀ ਮੁਝ ਹੀਰਤ ਹੋਵਤ ਚੈਨਾ। ਕਹਿੰਦੇ ਮੈਂ ਤੁਹਾਨੂੰ ਵੇਖ ਕੇ ਆਪਣਾ ਚੈਨ ਖੋ ਰਿਹਾ, ਤੁਹਾਨੂੰ ਵੇਖ ਮੈਨੂੰ ਚੈਨ ਨਹੀਂ ਆਉਂਦਾ, ਤੇ ਤੁਹਾਨੂੰ ਵੇਖ ਵੇਖ ਮੇਰਾ ਪਿਆਰ ਵਧੀ ਜਾਂਦਾ। ਆਖੋ ਸਤਿਨਾਮ। ਮੈਂ ਜਾਣਦਾ ਹੀ ਨਹੀਂ ਤੁਹਾਨੂੰ, ਮੇਰੇ ਲਈ ਤੇ ਅਜਨਬੀ ਹੋ। ਜਿੱਥੇ ਪ੍ਰੀਤ ਸੱਚੀ ਹੁੰਦੀ ਹੈ ਨਾ, ਉੱਥੇ ਸੱਜਣ ਦੇ ਸਾਹਮਣੇ ਟਿਕ ਕੇ ਬੈਠਿਆ ਜਾਂਦਾ ਹੀ ਨਹੀਂ, ਬੈਠ ਹੀ ਨਹੀਂ ਸਕਦੇ। ਜਿੱਥੇ ਪ੍ਰੀਤ ਗੂੜੀ ਹੋਏਗੀ ਨਾ, ਉੱਥੇ ਸੱਜਣ ਕੋਲ ਬਹਿ ਕੇ ਬੇਚੈਨ ਹੋ ਜਾਓਗੇ, ਖਿਆਲ ਉੱਥੇ ਸਿੱਧੇ ਇੱਧਰ ਉੱਧਰ ਦੇ ਆਉਣਗੇ, ਪਰ ਅੰਦਰੋਂ ਸਕੂਨ ਵੀ ਨਾਲ ਨਾਲ ਚੱਲਦਾ। ਭਾਈ ਲਾਲੋ ਦੀਆਂ ਅੱਖਾਂ ਲਾਲ ਹੋਈਆਂ, ਛੋਟਾ ਜਿਹਾ ਕੱਦ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉੱਚੇ ਲੰਬੇ ਕੱਦ ਗਾਠਦੇ ਆ, ਭਾਈ ਮਰਦਾਨਾ ਉਹਨਾਂ ਦੇ ਨਾਲ ਖੜੇ ਪਿਛਲੇ ਪਾਸੇ। ਉਹ ਕਦੇ ਮਰਦ ਨੂੰ ਵੇਖਦੇ, ਕਦੇ ਭਾਈ ਮਰਦਾਨੇ ਨੂੰ ਵੇਖਦੇ। ਕਹਿੰਦੇ ਮੈਨੂੰ ਇਦਾਂ ਲੱਗਦਾ ਹੈ ਤੁਸੀਂ ਮੇਰੇ ਆਪਣੇ ਹੋ, ਤੁਹਾਡੇ 'ਚ ਆਪਣਾਪਣ ਹੈ। ਆਪਾਂ ਕਿਸੇ ਸਫ਼ਰ ਤੇ ਜਾਈਏ, ਕੋਈ ਵਿਅਕਤੀ ਇਦਾਂ ਦਾ ਮਿਲਦਾ ਹੈ, ਸਾਰੀ ਜ਼ਿੰਦਗੀ ਘਰਦਿਆਂ ਨੇ ਉਹ ਸਾਥ ਨਹੀਂ ਦਿੱਤਾ ਹੁੰਦਾ, ਕੁਝ ਦਿਨਾਂ 'ਚ ਕੁਝ ਮਹੀਨਿਆਂ 'ਚ ਆਪਣੇਪਣ ਦਾ ਅਹਿਸਾਸ ਕਰਾ ਦਿੰਦਾ। ਇਦਾਂ ਲੱਗਦਾ ਹੈ ਜੇ ਉਹ ਛੱਡ ਕੇ ਚਲਿਆ ਜਾਏ, ਕਿਤੇ ਦੂਰ ਹੋ ਜੇ, ਵੀ ਜ਼ਿੰਦਗੀ 'ਚ ਕੁਝ ਖੋਇਆ ਕੁਝ ਖਾਲੀ ਖਾਲੀ। ਭਾਈ ਲਾਲੋ ਨੂੰ ਇਦਾਂ ਹੀ ਲੱਗਦਾ ਵੀ ਇਹਨਾਂ ਕੋਲ ਬਹਿ ਕੇ ਮੈਂ ਬੇਚੈਨ, ਪਰ ਮੇਰੀ ਇਹ ਬੇਚੈਨੀ ਦੁੱਖ ਵਾਲੀ ਨਹੀਂ ਹੈ, ਸਕੂਨ ਵਾਲੀ ਹੈ। ਬੇਚੈਨੀਆਂ ਦੋ ਤਰ੍ਹਾਂ ਦੀਆਂ। ਕਿਵੇਂ ਜੀ? ਦੋ ਤਰ੍ਹਾਂ ਦੀ ਕਿਵੇਂ ਹੁੰਦੀ ਹੈ? ਇੱਕ ਤੁਸੀਂ ਕਿਸੇ ਗੱਲ ਤੋਂ ਦੁਖੀ ਹੋ ਤੇ ਬੇਚੈਨ ਹੋ, ਪਰੇਸ਼ਾਨ ਬੜੇ ਹੋ, ਇੱਕ ਪਾਲਾ ਔਖਾ ਮੌਤ ਵਰਗਾ ਲੰਘਦਾ ਹੈ, ਤੇ ਇੱਕ ਤੁਹਾਨੂੰ ਬੰਦਾ ਆ ਕੇ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਹੈ, ਗਿਫਟ ਦੇਣਾ ਹੈ, ਕੋਈ ਚੀਜ਼ ਵਿਖਾਉਣ ਲੱਗਾ, ਬੇਚੈਨੀ ਉੱਥੇ ਵੀ ਲੱਗੀ ਹੈ, ਪਰ ਉਹ ਬੇਚੈਨੀ ਚ ਇੰਨਾ ਸਕੂਨ ਹੈ, ਇੰਨਾ ਚੰਗਾ ਲੱਗਦਾ ਵੀ ਹਾਏ ਉਹ ਟਾਈਮ ਛੇਤੀ ਜਾਵੇ, ਹਾਏ ਉਹ ਕਦੋਂ ਵਿਖਾਊਗਾ। ਹੁੰਦਾ ਨਾ ਹੈ ਤੇ ਉਹ ਵੀ ਬੇਚੈਨੀ, ਪਰ ਉਹ ਬੇਚੈਨੀ ਬੜੀ ਚੰਗੀ ਵਧੀਆ ਹੈ, ਕੋਈ ਪ੍ਰਾਪਤੀ ਵਾਲੀ ਹੈ। ਭਾਈ ਲਾਲੋ ਨੂੰ ਲੱਗਦਾ ਮੈਨੂੰ ਇੱਥੋਂ ਕੁਝ ਮਿਲੇਗਾ, ਮੇਰੇ ਆਪਣੇ ਨੇ, ਪਰ ਅੰਦਰੋਂ ਫੇਰ ਖਿਆਲ ਆਉਂਦਾ ਹੈ, ਮਨ ਫੇਰ ਕਹਿੰਦਾ ਹੈ ਨਾ ਨਾ ਰਾਹ ਜਾਂਦਿਆਂ ਤੇ ਭਰੋਸਾ ਨਾ ਕਰੀ, ਕੀ ਪਤਾ ਕੌਣ ਹੈ। ਇਸੇ ਕਰਕੇ ਪੁੱਛਦਾ ਹੈ, ਕਹਿੰਦਾ ਤੁਹਾਡੀਆਂ ਗੱਲਾਂ ਮੇਰੇ ਮਨ ਨੂੰ ਮੋਹਦੀਆਂ ਨੇ, ਤੁਹਾਡੇ ਬਚਨਾਂ ਦਾ ਅਸਰ ਮੇਰੇ ਤੇ ਹੋ ਰਿਹਾ ਹੈ, ਮੈਨੂੰ ਸਕੂਨ ਮਿਲ ਰਿਹਾ ਹੈ, ਪਰ ਮੈਂ ਬੇਚੈਨ ਹਾਂ, ਕਿਰਪਾ ਕਰਕੇ ਦੱਸ ਦਿਓ। ਕਹਿ ਨਾਨਕ ਪਰਦੇਸੀ ਹਮ ਹੈ ਨਹੀਂ ਨਕੀਤਨ ਨੀਰੇ। ਉਦੋਂ ਮੇਰੇ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਜੋ ਰੱਬ ਪਿਆਰੇ ਪਤਾ ਕੀ ਕਹਿੰਦੇ, ਹੱਥ ਜੋੜ ਕੇ ਕਹਿੰਦੇ ਪਿਆਰਿਆ ਅਸੀਂ ਕੌਣ ਆ? ਪਰਦੇਸੀ ਹਾਂ। ਆਖੋ ਸਤਿਨਾਮ। ਪਰਦੇਸੀ ਰੱਬ ਕਹਿੰਦਾ ਕੋਈ ਅੱਜ ਕੱਲ ਦਾ ਕੋਈ ਪਖੰਡੀ ਹੋਵੇ, ਪਤਾ ਕੱਖ ਦਾ ਨਾ ਹੋਵੇ, ਕਹਿੰਦਾ ਮੈਂ ਉਹੀ ਆ ਜਿਹਨੂੰ ਤੂੰ ਮੱਥਾ ਟੇਕਣਾ, ਮੈਂ ਰੱਬ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਪਰਦੇਸੀ ਹਾਂ। ਪਿਆਰਿਆ ਚੱਲ ਕੇ ਆ ਰਹੇ, ਅਸੀਂ ਥੱਕ ਗਏ ਆ,
तेरे कोल रात कटण आए आखो सतनाम। एडी वड्डी निवरता कित्थों लै आओगे? मिलो कोई प्यारा ऐसा सतगुरु जो ऐसा करके विखा करे। भाई लालो नूं मरद कहते मैं परदेसी हाँ कितों दूरों चल के आया, मैनू लग्या तुहाडे कोल ठाहर मिल जूगी, टिकाणा मिल जूगा, रहण नूं छत मिल जूगी, सवेर हुंदियां चले जावांगे। लखो बेस दरवेश हमारो, देश बदेशन हेरे। भाई असी देशां विदेशां विच रटन कर रहे हां, घुम्मण फिरन वास्ते आए हां, पर असी सच जानी चूर नहीं हां, पखंडी नहीं हां। प्यारिया असी दरवेश हां, फकीर हां। दरवेश दा अर्थ हुंदा साधु, फकीर। किते भी नहीं कहा भी तू ओही है जिन्हूं चेते कर, जिन्हूं याद करदा मैं ओह हां, ये नहीं कहा। मर्द कहंदे परदेसीआं देशां विदेशां च घुम्मणा चाहुंदे आ, थक टुट गए आ भाई दरवेश आ, तेरे कोल आसरा तक के आए। एक टाइम की रोटी मिलदी, किते रात कट जूगी, सवेर हुंदिआं पंछियां वांग चल जांगे। साडे परदेसीआं दे किहड़े देश हुंदे आ, साडे पंछियां दे किहड़े टिकाणे हुंदे आ। दूरों आए आ, दूर ही चले जावांगे। पैया दर्शन परसत मिटत कलख, शुभ बदन बेराज है, जन्म मरण भव मद नष्ट, कर तम तन छाजे। भाई लालो आखण लगे कहंदे तुहाडीਆਂ ਗੱਲਾਂ ਮੈਨੂੰ ਉਪਰੀਆਂ ਉਪਰੀਆਂ ਲੱਗਦੀਆਂ, ਤੁਸੀਂ ਜੋ ਹੋ ਉਹ ਕਿਉਂ ਨਹੀਂ ਦੱਸਦੇ? ਛੱਡੋ। ਤੁਹਾਨੂੰ ਮਿਲ ਕੇ ਲੱਗਦਾ ਮੇਰਾ ਜੰਮਣ ਮਰਨ ਕੱਟਿਆ ਗਿਆ, ਤੁਹਾਡੇ ਦਰਸ਼ਨ ਕਰਕੇ ਮੈਨੂੰ ਲੱਗਦਾ ਮੈਂ ਆਪਾ ਲੁਟਾ ਬੈਠਾ, ਪਰ ਮੈਂ ਕਿਉਂ ਨਹੀਂ ਜਾਣਦਾ ਤੁਸੀਂ ਅਜਨਬੀ ਕੌਣ ਹੋ, ਤੁਸੀਂ ਪਰਦੇਸੀ ਹੋ, ਕਿੱਥੋਂ ਆਏ ਹੋ? ਹਦ ਕਹਿੰਦੇ ਅਸੀਂ ਤੇ ਬਸ ਤੁਰਦੇ ਫਿਰਦੇ ਆ, ਸਾਡਾ ਕਿਹੜਾ ਕੋਈ ਦੇਸ਼ ਹੈ, ਜਿੱਥੇ ਬੈਠੇ ਉਹੀ ਦੇਸ਼ ਹੈ। ਕਿਉਂਕਿ ਭਾਈ ਲਾਲੋ ਕਹਿੰਦਾ ਮੇਰਾ ਦਿਲ ਕਹਿੰਦਾ ਹੈ ਤੁਹਾਨੂੰ ਮਿਲਿਆ ਜੰਮਣ ਮਰਨ ਕੱਟਿਆ ਜਾਂਦਾ, ਆਖੋ ਸਤਨਾਮ। ਮਨ ਕਹਿੰਦਾ ਹੈ ਕਈ ਵਾਰ ਹੁੰਦਾ ਦਿਮਾਗ ਸਾਡਾ ਕਹਿੰਦਾ ਓਏ ਬੰਦਾ ਚਲਾਕ ਬੜਾ ਈ ਤੂੰ ਬਚੀ, ਦਿਲ ਕਹਿੰਦਾ ਨਹੀਂ ਯਾਰ ਬੰਦਾ ਦਰਵੇਸ਼ ਹੈ, ਸਾਨੂੰ ਲੱਗਦਾ ਚੰਗਾ ਲੱਗਦਾ ਹੈ। ਕਦੇ ਕਦੇ ਬੰਦਾ ਦਿਮਾਗ ਦੀ ਮੰਨ ਲੈਂਦਾ, ਘਾਟੇ ਖਾ ਲੈਂਦਾ, ਕਈ ਵਾਰ ਦਿਲ ਦੀ ਮੰਨ ਕੇ ਵੀ ਘਾਟੇ ਖਾ ਲੈਂਦਾ। ਦੋਨਾਂ ਚੋਂ ਇੱਕ ਪਾਸੇ ਤੇ ਹੋਣਾ ਪੈਣਾ। ਭਾਈ ਲਾਲੋ ਖੜਾ ਹੀ ਪੁੱਛੀ ਜਾਂਦਾ ਹੈ, ਉਹਨੂੰ ਸਮਝ ਹੀ ਨਹੀਂ ਆਉਂਦੀ ਬਿਠਾਵਾਂ ਕਿੱਥੇ। ਕਹਿੰਦਾ ਤੁਸੀਂ ਲੱਗਦੇ ਮੈਨੂੰ ਚੰਗੇ ਹੋ, ਲੱਗਦੇ ਮੈਨੂੰ ਪਿਆਰੇ ਹੋ, ਕੋਈ ਰੱਬ ਦੇ ਪਿਆਰੇ ਲੱਗਦੇ ਹੋ, ਭਗਤੀ ਵਾਲੇ ਨਾਮ ਜਪਣ ਵਾਲੀ ਰੂਹ ਹੋ। ਤੁਹਾਨੂੰ ਮਿਲ ਕੇ ਏਦਾਂ ਲੱਗਦਾ ਵੀ ਜਨਮਾਂ ਜਨਮਾਂ ਦੀ ਕਾਲਖ ਕੱਟੀ ਗਈ, ਪਾਪ ਕੱਟਿਆ ਗਿਆ, ਪਰ ਮੈਂ ਜਾਣਦਾ ਵੀ ਨਹੀਂ ਹਾਂ ਤੁਸੀਂ ਕੌਣ ਹੋ, ਆਖੋ ਸਤਨਾਮ। ਆਪਣੇ ਆਪ ਨਾਲ ਗੱਲਾਂ ਕਰਦੇ, ਮੈਂ ਜਾਣਦਾ ਵੀ ਨਹੀਂ ਸੀ, ਪਰ ਇਦਾਂ ਲੱਗਦਾ ਹੈ ਵੀ ਤੁਹਾਡੇ ਬਿਨਾ ਮੈਂ ਹੈ ਨਹੀਂ ਕੁਛ ਨਹੀਂ, ਤੁਹਾਡੇ ਬਿਨਾ ਮੈਂ ਹੁਣ ਜੀ ਵੀ ਸਕਦਾ ਨਹੀਂ। ਹਮ ਸਰ ਨਰ ਅਗ ਕਰਤ ਜਿਨਾ ਅਪਵਰਗ ਉਧਾਰੇ। ਭਾਈ ਲਾਲੋ ਅਗਲਾ ਬਚਨ ਕਹਿੰਦਾ ਮੇਰੇ ਵਰਗੇ ਪਾਪੀ ਲੋਕ ਜੀਵਨ ਵਿੱਚ ਪਤਾ ਨਹੀਂ ਕਿੰਨੇ ਪਾਪ ਕਰਦੇ ਨੇ ਦਰਵੇਸ਼ੋ, ਤੁਹਾਡੇ ਵਰਗੇ ਦਰਵੇਸ਼ ਪਤਾ ਨਹੀਂ ਕਿੰਨਿਆਂ ਦੇ ਗੁਨਾਹ ਬਖਸ਼ਦੇ, ਆਖੋ ਸਤਨਾਮ। ਅੰਦਰੋਂ ਫੀਲਿੰਗ ਆ ਰਹੀ ਹੈ, ਅੰਦਰੋਂ ਖਿਆਲ ਆ ਰਹੇ ਨੇ। ਬੇਸ਼ੱਕ ਭਾਈ ਲਾਲੋ ਬਾਹਰੋਂ ਨਹੀਂ ਜਾਣਦਾ ਕੌਣ ਨੇ, ਪਰ ਮਨ ਕਹਿੰਦਾ ਇਹ ਤੇਰੇ ਨੇ, ਤੇਰੇ ਆਪਣੇ ਨੇ। ਉਹ ਇਸੇ ਕਰਕੇ ਬਾਰ-ਬਾਰ ਮਰਦ ਨੂੰ ਪੁੱਛਦਾ ਹੈ ਤੁਸੀਂ ਦੱਸੋ ਤੇ ਸਹੀ ਤੁਹਾਡਾ ਨਾਮ ਕੀ ਹੈ, ਕਿਹੜੇ ਦੇਸ਼ ਤੋਂ ਆਏ ਹੋ, ਤੁਸੀਂ ਕਿਵੇਂ ਆ ਗਏ? ਮੇਰੇ ਤੇ ਘਰ ਕੋਈ ਨਹੀਂ ਆਉਂਦਾ, ਮੇਰੇ ਘਰ ਤੇ ਮੇਰੇ ਰਿਸ਼ਤੇਦਾਰ ਨਹੀਂ ਆਉਂਦੇ, ਮੇਰੇ ਨਾਤੀ ਨਹੀਂ ਆਉਂਦੇ, ਸੱਜਣ ਨਹੀਂ ਆਉਂਦੇ। ਕਿਉਂ? ਕਿਉਂਕਿ ਭਾਈ ਲਾਲੋ ਬੇਹੱਦ ਗਰੀਬ ਸੀ। ਉਹ ਗਰੀਬ ਦਾ ਹੋ ਕੇ ਵੀ ਰਿਸ਼ਤੇਦਾਰ ਕੋਈ ਨਹੀਂ ਹੁੰਦਾ, ਤੇ ਪੈਸੇ ਵਾਲੇ ਦੇ ਲੋਕ ਦੂਰੋਂ ਦੂਰੋਂ ਵੀ ਸ਼ਖੀਰੀਆਂ ਕੱਢਦੇ, ਆਖੋ ਸਤਨਾਮ। ਇੱਥੇ ਕੋਈ ਮਾਇਆ ਧਾਰੀ ਬੰਦਾ ਲੀਡਰ ਬਣ ਜੇ, ਲੋਕੀ ਦੂਰੋਂ ਦੂਰੋਂ ਆ ਕੇ ਰਿਸ਼ਤੇਦਾਰੀ ਦੱਸਦੇ, ਪਿੰਡ ਦੇ ਨੇੜੇ ਤੇੜੇ ਵੀ ਹੋਵੇ ਨਾ ਤਾਂ ਵੀ ਕਹਿੰਦੇ ਤਾਇਆ ਚਾਚਾ ਲੱਗਦਾ। ਤੇ ਗਰੀਬ ਸਕਾ ਮਾਮਾ ਵੀ ਹੋਵੇ ਨਾਲ ਤੁਰਦੇ ਵੀ ਕਹਿੰਦੇ ਆ ਯਾਰ ਤੂੰ ਬੱਸ ਚੜ ਕੇ ਚੱਲਿਆ ਜਾ, ਲੋਕ ਕਹਿਣਗੇ ਸਾਡੀ ਗੱਡੀ 'ਚ ਫਲਾਣਾ ਬੈਠਾ, ਸ਼ਰਮਿੰਦਾ। ਗਰੀਬ ਨਾਲ ਕੋਈ ਰਿਸ਼ਤੇਦਾਰੀ ਵੀ ਨਹੀਂ ਦੱਸਦਾ, ਤੇ ਅਮੀਰ ਨਾਲ ਲੋਕੀ ਹੋ ਸਾਡਾ ਸਾਡਾ ਜਾਤ ਭਾਈ ਹੈ, ਸਾਡਾ ਫਲਾਣਾ ਹੈ, ਸਾਡਾ ਦੂਰ ਦਾ ਰਿਸ਼ਤੇਦਾਰ ਹੈ। ਇਸੇ ਕਰਕੇ ਭਾਈ ਲਾਲੋ ਸੋਚਦਾ ਵੀ ਮੇਰੇ ਗਰੀਬ ਦੇ ਘਰ ਕਿਹਨੇ ਆਉਣਾ, ਕੋਈ ਰਿਸ਼ਤੇਦਾਰ ਨਹੀਂ ਆਉਂਦਾ, ਸਾਥ ਸੰਬੰਧੀ ਨਹੀਂ ਆਉਂਦਾ। ਕਿਰਤ ਕਰਕੇ 4 ਪੈਸੇ ਬਣਦੇ, ਰੋਟੀ ਖਾ ਲੈਂਦੇ, ਇੱਕ ਵਕਤ ਦੀ ਰੋਟੀ ਖਾ ਲਈ, ਇੱਕ ਡੰਗ ਦੀ ਨਹੀਂ ਮਿਲਦੀ। ਘਰ 'ਚ ਤੇ ਇੰਨੀ ਗਰੀਬੀ ਹੈ।
ਕੰਮ ਵੀ ਛੋਟਾ ਜਿਹਾ, ਮੰਜਿਆਂ ਦੇ ਪਾਵੇ ਬਣਾਉਣੇ, ਮੰਜੀਆਂ ਬੁਣ ਦੇਣੀਆਂ, ਪੀੜੀਆਂ ਬਣਾ ਦੇਣੀਆਂ, ਕਈਆਂ ਦੇ ਦਸਤੇ ਬਣਾ ਦੇਣੇ, ਕੁਹਾੜਿਆਂ ਦੇ ਲੱਕੜ ਦਾ ਕੰਮ ਕਰ ਦੇਣਾ, ਛੋਟੇ ਮੋਟੇ ਕੰਮ ਸੀ। ਕੀ ਬਣਦਾ ਸੀ ਉਹਨਾਂ 'ਚ? ਤਾਂ ਸੋਚਦਾ ਹੈ ਵੀ ਐਡਾ ਰੁਤਬਾ ਹੋਵੇ, ਕੋਈ ਇੰਨਾ ਹੱਕ ਜਤਾ ਕੇ ਆਖੇ ਵੀ ਤੇਰੇ ਘਰ ਰਾਤ ਰਹਿਣ ਆਏ ਆ। ਕੋਈ ਆਮ ਜੇ ਵੀ ਲੱਗਦੇ ਆਖੋ ਸਤਨਾਮ, ਬੰਦਗੀ ਵਾਲੀ ਨੂੰ ਰੋਣੀ। ਕਹਿੰਦੇ ਅੰਦਰੋਂ ਭਿੱਜਿਆ ਸੀ, ਅੱਖਾਂ 'ਚ ਅੱਥਰੂ ਸੀ। ਗਰੀਬ ਦੇ ਵਿਹੜੇ ਕੌਣ ਆਉਂਦੇ ਜਿਹੜਾ ਕਹਿੰਦਾ ਤੇਰੇ ਘਰ ਰਾਤ ਰਹਿਣਾ। ਕੋਈ ਆਪਾਂ ਲੱਖ ਹੋਈਏ, ਸਾਡਾ ਕੋਈ ਮਿੱਤਰ ਰਿਸ਼ਤੇਦਾਰ ਗਰੀਬ ਆ ਕੇ ਰਾਤ ਰਹਿ ਜਾਓ ਜੀ ਸਾਡੇ, ਤੇ ਬੰਦਾ ਹੇਠ ਜੀ ਕਰਦਾ, ਕਹਿੰਦਾ ਨਹੀਂ ਨਹੀਂ ਬਸ ਗੱਡੀ ਹੈਗੀ, ਅਪ ਡਾਊਨ ਕਰ ਲਾਂਗੇ। ਤੇ ਪੈਸੇ ਵਾਲਾ ਹੋਵੇ ਨਾ, ਉੱਥੇ ਬੰਦਾ ਪਹਿਲਾਂ ਕਹਿੰਦੇ 4 ਦਿਨ ਤੁਹਾਡੇ ਕੋਲ ਰਹਿ ਕੇ ਜਾਊਂਗਾ, 5 ਦਿਨ ਮੈਂ ਫਲਾਣੀ ਭੂਆ ਕੋਲ ਰਹਿ ਕੇ ਜਾਊਂ। ਪੈਸੇ ਵਾਲੇ ਆ ਨਾ। ਗਰੀਬ ਦੀਆਂ ਤੇ ਮਿੰਨਤਾਂ ਕਰਿਆ ਵੀ ਕੋਈ ਘਰ ਨਹੀਂ ਰਹਿੰਦਾ। ਉਹ ਕਹਿੰਦਾ ਯਾਰ ਵੀ ਇਹ ਸਾਡੇ ਸਟੈਂਡਰਡ ਦੇ ਨੇ। ਵੇਖੋ ਭਾਈ ਲਾਲੋ ਦੇ ਨੇਤਰ ਤਾਂ ਭਰੇ ਹੋਏ ਨੇ। ਦਰਵੇਸ਼ ਕਹਿੰਦੇ ਤੇਰੇ ਘਰ ਰਹਿਣਾ, ਅਸੀਂ ਦੂਰੋਂ ਆਏ ਆ, ਸਾਨੂੰ ਤੂੰ ਚੰਗਾ ਲੱਗਦਾ ਹੈ। ਤੇ ਭਾਈ ਲਾਲੋ ਕਹਿੰਦਾ ਕੋਈ ਗੱਲ ਜ਼ਰੂਰ ਹੈ, ਕੁਛ ਤੇ ਹੈ। ਗਰੀਬਾਂ ਦੇ ਵਿਹੜੇ ਕੌਣ ਆਉਂਦਾ ਆਖੋ ਸਤਨਾਮ। ਮੈਨੂੰ ਆਪਣੇ ਬਾਰੇ ਤੇ ਦੱਸੋ ਨਾ, ਮੈਨੂੰ ਯਕੀਨ ਨਹੀਂ ਹੁੰਦਾ। ਕਿਤੇ ਕਿਤੇ ਮਨ ਕਹਿੰਦਾ ਮੈਂ ਤੁਹਾਨੂੰ ਜਾਣਦਾ, ਪਰ ਵੇਖਿਆ ਪਹਿਲੀ ਵਾਰ ਹੈ। ਉਪਜਤ ਸੁਖ ਔਰ ਮਦ, ਸੁਨਤ ਹੋ ਬਚਨ ਤਿਹਾਰੇ। ਤੇ ਭਾਈ ਲਾਲੋ ਕਹਿੰਦੇ ਤੁਹਾਡੇ ਬਚਨਾਂ ਨੂੰ ਸੁਣ ਕੇ ਮੈਨੂੰ ਜਿੱਥੇ ਸਕੂਨ ਮਿਲਦਾ, ਉੱਥੇ ਮੇਰੀ ਮੱਤ ਕਹਿੰਦੀ ਹੈ ਤੁਹਾਡੀ ਮੱਤ ਬੜੀ ਵੱਡੀ ਹੈ, ਉੱਚੀ ਹੈ। ਤੇ ਆਓ ਅੰਦਰ ਬੈਠੋ, ਮੈਨੂੰ ਆਪਣੀ ਮੱਤ ਦਾ ਗਿਆਨ ਦੇ ਦਿਓ, ਚਾਨਣ ਪਾ ਦਿਓ। ਕਿੱਡੀ ਵੱਡੀ ਖੁਸ਼ੀ ਦੀ ਗੱਲ ਹੈ, ਕੀੜੀ ਦੇ ਘਰ ਨਾ ਰਹਿਣਾ ਹੈ। ਗਰੀਬ ਦੇ ਵਿਹੜੇ ਪ੍ਰਮਾਤਮਾ ਆਪ ਆਏ ਹੋਏ ਆ, ਪਰ ਅੰਦਰੋਂ ਫੀਲ ਹੁੰਦਾ ਹੈ ਕਿਉਂਕਿ ਪਿਆਰਾ ਤੇ ਆਪਣਾ ਹੀ ਹੈ, ਸੱਜਣ ਤੇ ਆਪਣਾ ਹੀ ਹੈ ਨਾ। ਜੇ ਉਹ ਭੇਦ ਨਹੀਂ ਦਿੰਦਾ ਤਾਂ ਫੇਰ ਕੀ ਹੋਇਆ। ਮੁਖ ਕੰਦ ਮੁਕੰਦ ਸੋ ਸੰਤ ਹੋ, ਨਾਮ ਉਚਾਰਨ ਨਿਜ ਕਰੋ। ਜਦੋਂ ਗੁਰੂ ਨਾਨਕ ਸਾਹਿਬ ਜੀ ਤੋਂ ਤੀਜੀ ਵਾਰੀ ਪੁੱਛਿਆ, ਕਹਿੰਦਾ ਹੇ ਸੰਤ ਜੀ ਨਾਮ ਹੀ ਦੱਸ ਦਿਓ, ਕਿਰਪਾ ਕਰਕੇ ਨਾਮ ਦੱਸ ਦਿਓ, ਪਿੰਡ ਨਾ ਦੱਸੋ, ਸ਼ਹਿਰ ਨਾ ਦੱਸੋ, ਗ੍ਰਾਂ ਨਾ ਦੱਸੋ। ਗੁਰੂ ਸਾਹਿਬ ਨਾਲ ਸੁਣ ਕੇ ਚੁੱਪ ਹੋ ਗਏ, ਕਿਉਂਕਿ ਇਸ ਵੇਲੇ ਭਾਈ ਲਾਲੋ ਦਾ ਮਨ ਭਰਿਆ ਹੋਇਆ। ਇਸ ਲਈ ਭਰਿਆ ਵੀ ਇਸ ਗਰੀਬ ਦੇ ਵਿਹੜੇ ਤੇ ਕਾਂ ਵੀ ਨਹੀਂ ਬੋਲਦਾ। ਇਹ ਫਕੀਰ ਰੱਬ ਦੇ ਪਿਆਰੇ ਅੱਜ ਕਿਵੇਂ ਪਹੁੰਚ ਗਿਆ ਆਖੋ ਸਤਨਾਮ। ਮਹਿਮਾਨ ਕੋਈ ਕਿਵੇਂ ਆ ਗਿਆ। ਕੋਈ ਕਾਂ ਵੀ ਗਰੀਬਾਂ ਦੇ ਨਹੀਂ ਬੋਲਦਾ, ਪੈਸੇ ਵਾਲਿਆਂ ਦੇ ਬੋਲਦਾ, ਉੱਚੀਆਂ ਚੁਬਾਰੀਆਂ ਦੀ ਬੋਲਦਾ। ਭਾਈ ਲਾਲੋ ਨੇ ਤੀਜੀ ਵਾਰ ਨੀਵਾਂ ਹੋ ਕੇ ਨਿਮਰਤਾ 'ਚ ਹੱਥ ਜੋੜ ਕੇ ਪੁੱਛਿਆ, ਦਰਵੇਸ਼ ਮਹਾਂਪੁਰਖ ਰੱਬ ਦੇ ਪਿਆਰਿਓ ਸਤਿਪੁਰਸ਼ੋ ਆਪਣਾ ਨਾਮ ਦੱਸ ਦਿਓ। ਚਰਨ ਸ਼ਰਨ ਹਮ ਮਨ ਪਰਨ ਮਮ, ਕਰਨਾ ਕਰ ਕਰਨਾ ਟਰੋ। ਮੈਂ ਤਰਸ ਦੀ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ ਸਿਰ ਰੱਖ ਕੇ, ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ। ਜੇ ਆਏ ਹੋ ਨਾ ਤੇ ਖਾਲੀ ਨਾ ਜਾਇਓ, ਸੇਵਾ ਦਾ ਮੌਕਾ ਦਿਓ। ਐਵੇਂ ਨਾ ਹੋਵੇ ਬਿਨਾ ਪਾਣੀ ਬਿਨਾ ਭੋਜਨ ਤੋਂ ਚਲੇ ਜਾਓ। ਪਰ ਮੇਰੇ ਅੰਦਰ ਦੀ ਇੱਕ ਇੱਛਾ ਹੈ ਤੀਖਣ, ਤੁਹਾਡਾ ਨਾਮ ਪਤਾ ਲੱਗ ਜੇ ਕਿ ਮੈਂ ਬੜਾ ਮਹਾਨ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ 2 ਕਦਮ ਪਿੱਛੇ ਹੋ ਗਏ। ਜਦੋਂ ਭਾਈ ਲਾਲੋ ਨੇ ਨਾਮ ਪੁੱਛਿਆ ਨਾ, ਮਹਾਰਾਜ ਨੇ ਕੁਛ ਨਹੀਂ ਦੱਸਿਆ, ਬਸ ਪਿੱਛੇ ਹਟ ਗਏ। ਦੋਹਰਾ ਬੋਲੇ ਸਿਰ ਮੁਖ ਸੋ ਬਚਨ, ਜਾਣ ਜਾਹੋਗੇ ਆਪ, ਅਬ ਬੈਸੋ ਕ੍ਰਿਤ ਕੋ ਕਰੋ, ਹਰ ਹਰ ਜਪਿਏ ਜਾਪ। ਜਦੋਂ ਸਤਿਗੁਰਾਂ ਕੋਈ ਜਵਾਬ ਨਾ ਦਿੱਤਾ, ਥੋੜੀ ਦੇਰ ਬਾਅਦ ਫੇਰ ਭਾਈ ਲਾਲੋ ਕਹਿੰਦੇ ਕਿਰਪਾ ਕਰਕੇ ਦੱਸੋ ਕੌਣ। ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ ਸੱਜਣਾ ਜਿਹੜਾ ਕੰਮ ਕਰਦਾ ਸੀ ਕਿਰਤੋਂ ਕਰ ਲੈ ਆਪਣੀ। ਉਹ ਉਸ ਵੇਲੇ ਨਾ ਮੰਜੀ ਚ ਖਾਨਾ ਢੂੰਡਦਾ ਸੀ। ਚਲੋ ਅੱਜ ਤੇ ਬੈਡਾਂ ਦਾ ਜ਼ਮਾਨਾ, ਲੋਕਾਂ ਨੂੰ ਇਹ ਨਹੀਂ ਪਤਾ ਰਿਹਾ ਵੀ ਖਾਨੇ ਵੀ ਹੁੰਦੇ, ਮੰਜੀਆਂ ਵੀ ਹੁੰਦੀਆਂ। ਉਸ ਵੇਲੇ ਜਦੋਂ ਉਹ ਆਪਣਾ ਕਾਰਜ ਕਰਦਾ, ਮਹਾਰਾਜ ਕਹਿੰਦੇ ਜਾਣ ਜਾਓਗੇ ਸਾਡੇ ਬਾਰੇ, ਆਪਣੀ ਕਿਰਤ ਨਾ ਛੱਡੋ, ਰੱਬ ਰੱਬ ਕਰੀ ਚੱਲੋ। ਦਵਈਆ ਛੰਦ ਪਰਟਿਓ ਤਪਾਇਕ ਸ਼੍ਰੀ ਨਾਨਕ, ਭਾਸਤ ਹੋ ਤੁਮ ਸੋ। ਜਦੋਂ ਸਤਿਗੁਰਾਂ ਨੇ ਕਹਿਤਾ ਨਾ ਵੀ ਆਪਣੀ ਕਿਰਤ ਕਰ, ਅਸੀਂ ਕੋਲ ਬੈਠੇ ਆ ਤੇਰੇ, ਸੱਚ ਪੁੱਛੋ ਸੀਨ ਕਿਹੋ ਜਿਹਾ। ਭਾਈ ਲਾਲੋ ਨੇ ਆਪਣੇ ਔਜ਼ਾਰ ਚੱਕੇ, ਆਪਣੀ ਮੰਜੀ ਦੀ ਖਾਨੇ ਨੂੰ ਠੋਕਣ ਲੱਗਿਆ।
ਸਹਿ ਸੁਭਾਅ ਬੋਲਿਆ, ਕਹਿੰਦਾ ਮੈਨੂੰ ਇਹ ਲੱਗਦਾ ਹੈ, ਮੈਂ ਸੁਣਿਆ ਹੋਇਆ ਧਰਤੀ ਤੇ ਪਰਮਾਤਮਾ ਪਰਮੇਸ਼ਰ ਆਊਗਾ, ਉਹਦਾ ਨਾਮ ਨਾਨਕ ਤਪਾ ਹੋਊਗਾ। ਖੋ ਸਤਨਾਮ। ਉਹ ਪਿਆਰਿਆ, ਮੈਂ ਤੇ ਤਾਂ ਪੁੱਛਿਆ ਕਿ ਤੂੰ ਨਾਨਕ ਦੀ ਨਹੀਂ ਰੂਪ ਹੈ ਭਾਈ, ਆਪਣਾ ਕੰਮ ਕਰਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਰੀਆਂ ਅੱਖਾਂ ਨਾਲ ਭਾਈ ਲਾਲ ਨੂੰ ਪੱਕ ਰਹੇ ਆ। ਏਸੀ ਅੰਦਰ ਦੀ ਖਿੱਚ, ਏਸੀ ਅੰਦਰ ਦਾ ਪਿਆਰ, ਉਹ ਸੁਭਾਵਿਕ ਹੀ ਗੱਲਾਂ ਕਰਦਾ, ਆਪਣਾ ਕੰਮ ਕਰਦਾ ਹੋਇਆ। ਕਹਿੰਦਾ ਇਸ ਰੱਬ ਨੇ ਆਉਣਾ। ਮੈਂ ਸੋਚਿਆ ਕਿਤੇ ਰੱਬ ਗਰੀਬ ਦੇ ਵਿਹੜੇ ਤੇ ਨਹੀਂ ਆ ਗਿਆ। ਮੈਂ ਤੇ ਤਾਂ ਪੁੱਛਿਆ ਸੀ ਵੀ ਤੁਹਾਡਾ ਨਾਮ ਕੀ ਹੈ? ਨਹਿ ਸਮਾਨ ਰਾਵਰ ਕੋ ਦੀਸੈ, ਖੋਜੋ ਦਸ ਦਿਸ ਜੋ। ਇਹ ਬਚਨ ਜਦੋਂ ਕਹੇ ਤੇ ਗੁਰੂ ਸਾਹਿਬ ਫੇਰ ਸ਼ਾਂਤ। ਮੈਂ ਕਹਿੰਦਾ ਕੋਈ ਅੱਜ ਦੇ ਸਮੇਂ ਤੁਹਾਡੇ ਨਾਮ ਦੀ ਗੱਲ ਕਰੇ ਤੇ ਪਤਾ ਨਾ ਹੋਵੇ, ਤੁਸੀਂ ਖੜੇ ਹੋ ਸਾਹਮਣੇ, ਤੇ ਮੈਂ ਬੰਦਾ ਫੁੱਲ ਜਾਂਦਾ ਵੀ ਯਾਰ ਮੇਰੀ ਗੱਲ ਹੋ ਰਹੀ ਹੈ, ਇਹ ਤੇ ਮਹੀਆਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੁੱਪਚਾਪ ਰਹੇ। ਉਹ ਭਾਈ ਲਾਲੋ ਆਪਣੇ ਆਪ ਹੀ ਗੱਲਾਂ ਕਰ ਰਹੇ ਨੇ, ਆਪਣੇ ਆਪ। ਕਹਿੰਦੇ ਐਸੇ ਤਪੇ ਹੋਣਗੇ ਧਰਤੀ ਤੇ, ਤਪੇ ਤੋਂ ਭਾਵ ਤਪਸਵੀ, ਬੰਦਗੀ ਵਾਲੇ। ਗੁਰੂ ਨਾਨਕ ਸਾਹਿਬ ਵਰਗਾ ਤਪਸਵੀ ਕੌਣ ਹੈ? ਨਾਨਕ ਤਪਾ ਜਿਸ ਧਰਤੀ ਤੇ ਆਉਣਗੇ ਕਲਯੁਗ ਦੇ ਸਮੇਂ ਦੇ ਵਿੱਚ, ਉਹ ਰੱਬ ਹੋਣਗੇ, ਪਰਮਾਤਮਾ ਹੋਣਗੇ। ਪਰ ਫਿਰ ਕਹਿ ਕੇ ਪਤਾ ਕੀ ਕਹਿੰਦੇ? ਸਾਡੇ ਵਰਗੇ ਗਰੀਬਾਂ ਦੇ ਵਿਹੜੇ ਰੱਬ ਕਿੱਥੋਂ ਆਉਣਾ? ਸਤਨਾਮ। ਹੋਣਗੇ ਨਾ, ਹੋਣਗੇ ਤਪਾ। ਗੁਰੂ ਸਾਹਿਬ ਨਹੀਂ ਬੋਲਦੇ, ਸੁਣਦੇ ਰਹੇ। ਭਾਈ ਮਰਦਾਨਾ ਜੀ ਨੂੰ ਮਹਿਸੂਸ ਹੋਇਆ ਵੀ ਸਤਿਗੁਰ ਕਿਉਂ ਨਹੀਂ ਕਹਿੰਦੇ ਅਸੀਂ ਨਾਨਕ ਆ? ਉਹ ਪੁੱਛ ਰਿਹਾ, ਬਾਰ-ਬਾਰ ਪੁੱਛਦਾ, ਅੱਖਾਂ ਚੋਂ ਹੰਝੂ। ਪਤਾ ਕਿਉਂ ਨਹੀਂ? ਬਸ ਇੱਕੋ ਹੀ ਆਸ ਹੈ, ਮੈਨੂੰ ਗੁਰੂ ਨਾਨਕ ਦੇ ਵਿੱਚ ਮੈਂ ਮਿਲਣਾ ਚਾਹੁੰਦਾ। ਥੋੜੀ ਦੇਰ ਬਾਅਦ ਆਪ ਮਹਾਰੇ ਫਿਰ ਬੋਲੇ, ਕਹਿੰਦੇ ਮੇਰਾ ਮਨ ਕਿਉਂ ਕਹੀ ਜਾਂਦਾ ਹੈ ਵੀ ਤੁਸੀਂ ਨਾਨਕ ਜੀ ਵਰਗੇ ਲੱਗਦੇ ਹੋ। ਆਖੋ ਸਤਨਾਮ। ਦਿਲਾਂ ਨੂੰ ਦਿਲਾਂ ਦੇ ਰਾਹ ਨੇ। ਭਾਈ ਲਾਲੋ ਕਹਿੰਦੇ ਤੁਹਾਡਾ ਸਰੂਪ ਐਸਾ, ਮੇਰਾ ਮਨ ਪ੍ਰਭਾਵਿਤ ਹੋ ਗਿਆ, ਮੇਰਾ ਮਨ ਖਿੱਚਿਆ ਗਿਆ। ਬੜੇ ਫਕੀਰ ਮੈਨੂੰ ਮਿਲੇ, ਬੜੇ ਸਾਧ ਮੈਨੂੰ ਮਿਲੇ, ਪਰ ਮੈਨੂੰ ਮੇਰੇ ਤੋਂ ਕਿਸੇ ਨੇ ਨਹੀਂ ਖੋਇਆ। ਆਖੋ ਸਤਨਾਮ। ਐ ਦਰਵੇਸ਼ ਫਕੀਰਾ, ਤੂੰ ਮੈਨੂੰ ਮੇਰੇ ਤੋਂ ਖੋਲਿਆ। ਮੈਨੂੰ ਚੈਨ ਨਹੀਂ ਆਉਂਦਾ, ਚਿੱਤ ਕਰਦਾ ਤੈਨੂੰ ਬਾਰ-ਬਾਰ ਤੱਕੀ ਜਾਵਾਂ। ਤਦਪ ਪੀ ਤੁਮਰੇ ਬਿਨ ਭਾਖੇ, ਨਹਿ ਆਵਤ ਪਰਤੀ ਤੋ। ਪਰ ਮੇਰਾ ਮਨ ਕਹਿੰਦਾ ਵੀ ਤੁਸੀਂ ਕਿਤੇ ਤਪਾ ਨਾਨਕ ਜੀ ਤੇ ਨਹੀਂ। ਆਪ ਮੁਹਾਰੇ ਬੋਲ ਰਹੇ ਆ, ਗੁਰੂ ਸਾਹਿਬ ਸੁਣ ਖੜੇ ਆ, ਪਰ ਕਹਿੰਦਾ ਮੈਂ ਕਿੱਦਾਂ ਯਕੀਨ ਕਰਾਂ ਜਦੋਂ ਤੱਕ ਤੁਸੀਂ ਆਪਣੇ ਮੂੰਹ ਤੋਂ ਨਹੀਂ ਆਖਦੇ, ਤੁਸੀਂ ਆਪਣੀ ਰਸਨਾ ਤੋਂ ਨਹੀਂ ਦੱਸਦੇ। ਪਰ ਮੇਰਾ ਦਿਲ ਤੇ ਹੀ ਕਹੀ ਜਾਂਦਾ ਹੈ ਵੀ ਕਲਯੁਗ ਦੇ ਵਿੱਚ ਰੱਬ ਨੇ ਆਉਣਾ ਸੀ ਨਾਨਕ ਰੂਪ ਦੇ ਵਿੱਚ, ਕਿਤੇ ਤੁਸੀਂ ਉਹ ਦੇ ਨਹੀਂ। ਸ਼ਾਂਤ ਇੱਕ ਕਦਮ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਅੱਗੇ ਨਹੀਂ ਪਟਿਆ ਗਿਆ। ਆਖੋ ਸਤਨਾਮ। ਇਹ ਜਾਨੋ ਪਿਆਰਾ ਪਿਆਰਾ ਸੀ। ਚੂਲ ਐਸੇ ਵਰਤਾ ਰਹੇ ਆ। ਗੁਰੂ ਸਾਹਿਬ ਅਜਨਬੀ ਬਣ ਕੇ ਗਏ, ਅਜਨਬੀ। ਇਹ ਨਿਮਰਤਾ ਹੈ ਉਹਨਾਂ ਦੀ, ਵੱਡਪਣ ਹੈ ਉਹਨਾਂ ਦਾ। ਇਹ ਥੋੜਾ ਜਾ ਕੇ ਗਿਆ, ਉਹ ਭਾਈ ਲਾਲੋ ਵੇਖ ਤੇਰੇ ਘਰ ਰੱਬ ਆਇਆ, ਲਿਆ ਪਾਣੀ, ਲਿਆ ਪਰੌਂਠੇ। ਉਹ ਬਾਰ-ਬਾਰ ਪੁੱਛਦਾ, ਕਹਿੰਦਾ ਮੇਰਾ ਮਨ ਕਹਿੰਦਾ, ਮੇਰਾ ਦਿਲ ਕਹਿੰਦਾ ਤੁਸੀਂ ਕਿਤੇ ਰੱਬ ਦੀ ਨਹੀਂ, ਕਿਤੇ ਪਰਮਾਤਮਾ ਦੀ ਨਹੀਂ। ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਹਾਂ ਮੈਂ ਉਹੀ ਨਾਨਕ ਹਾਂ, ਕਿਉਂਕਿ ਉਹਨਾਂ ਸਮਿਆਂ 'ਚ ਨਾ ਗੁਰੂ ਸਾਹਿਬ ਦੇ ਆਉਣ ਦਾ ਰੌਲਾ ਸੀ। ਵੇਦਾਂ ਗ੍ਰੰਥਾਂ ਨੇ ਲਿਖਿਆ, ਧਾਰਮਿਕ ਸ਼ਾਸਤਰਾਂ ਨੇ ਲਿਖਿਆ ਵੀ ਜੇ ਰੱਬ ਆਊ ਧਰਤੀ ਤੇ ਨਾਨਕ ਰੂਪ 'ਚ ਆਊ, ਜਣਾ ਖਣਾ ਚੱਕ ਕੇ ਕਿਤਾਬ ਕੱਚ 'ਚ ਲੈ ਕੇ ਨਾ ਕਿਆ ਕਰੇ ਮੈਂ ਨਾਨਕ ਹਾਂ। ਇਹੋ ਜਿਹੇ ਬੜੇ ਜਾਣਗੇ। ਰਾਜੇ ਸ਼ਿਵ ਨਾਮ ਕੋਲੇ ਜਿਹੜਾ ਜਾਇਆ ਕਰੇ ਉਹਨੂੰ ਕਿਹਾ ਕਰੇ ਵੀ ਮੈਂ ਨਾਨਕ ਹਾਂ। ਉਹ ਕਹਿੰਦਾ ਯਾਰ ਵੀ ਇੱਥੇ 500-600 ਨਾਨਕ ਆ ਗਏ ਹੁਣ ਤੱਕ, ਵੀ ਇਹ ਵੀ ਨਾ ਹੋਵੇ ਵੀ ਇਹਨਾਂ ਦੇ ਵਿੱਚੋਂ ਕੋਈ ਸੱਚੀ ਮੁੱਚੀ ਅਸਲੀ ਆ ਜੇ ਤੇ ਮੈਂ ਨਕਲੀਆਂ ਦੀ ਪੂਜਾ ਕਰੀ ਜਾਵਾਂ ਤੇ ਅਸਲੀ ਨਾਰਾਜ਼ ਹੋ ਕੇ ਚੱਲ ਜੇ। ਉਹ ਕੀ ਕਰਿਆ ਕਰੇ, ਜਿਹੜਾ ਵੀ ਆਇਆ ਕਰੇ ਨਾ ਮੈਂ ਨਾਨਕ ਹਾਂ, ਉਹ ਬਾਗ 'ਚ ਨਾ ਸੋਹਣੀਆਂ ਸੋਹਣੀਆਂ ਲੜਕੀਆਂ ਭੇਜ ਦਿਆ ਕਰੇ ਵੀ ਜਿਹੜਾ ਅਸਲੀ ਹੋਊਗਾ ਬਚ ਜੂਗਾ, ਉਹ ਜਿੰਨੇ ਆਇਆ ਕਰਨ ਮੂੰਹ ਕਾਲਾ ਕਰਕੇ ਵਾਪਸ। ਇਸੇ ਕਰਕੇ ਉਹਨੂੰ ਫਰਕ ਨਹੀਂ ਸੀ ਪੈਂਦਾ। ਜਿਹੜਾ ਆਇਆ ਕਰੇ ਕਹਿੰਦਾ ਮੈਂ ਨਾਨਕ ਹਾਂ। ਅੱਛਾ, ਰਾਜੇ ਨੇ ਸੋਚਿਆ ਵੀ ਮੈਂ ਰੱਬ ਕਿਹਨੂੰ ਕਿਹਨੂੰ ਕਹਾਂ, ਕਿਹਨੂੰ ਕਿਹਨੂੰ ਮੰਨਾਂ, ਕਿਤੇ ਸੱਚਾ ਪਰਮਾਤਮਾ ਸੱਚੀ ਆ ਗਿਆ ਤੇ ਸ਼ੇਰ ਵਾਲੀ ਗੱਲ ਨਾ ਹੁੰਦੀ। ਰੋਜ਼ ਕਹੀ ਕਿ ਸ਼ੇਰ ਆ ਗਿਆ, ਸ਼ੇਰ ਆ ਗਿਆ, ਸੱਚੀ ਆ ਗਿਆ। ਇਸ ਕਰਕੇ ਉਹਨੇ ਪਰਖ ਦੀ ਕਸਬੱਟੀ ਲਾਤੀ। ਇੱਕ ਦਿਨ ਸਤਿਗੁਰ ਸਤਿਗੁਰ ਗਏ, ਉਹ ਦਿਨ ਸੁੱਕਾ ਬਾਗ ਵੀ ਹਰਾ ਹੋ ਗਿਆ। ਆਖੋ ਸਤਨਾਮ। ਉਹ ਸਾਰੇ ਪ੍ਰਸੰਗ ਅੱਗੇ ਜਾ ਕੇ ਆਉਣਗੇ। ਭਾਈ ਲਾਲੋ ਜੀ ਮਿੰਨਤਾਂ
ਤਰਲੇ ਪਿਆਰ ਮੁਹੱਬਤ ਦੇ ਬਚਨ ਕਰਦੇ ਨੇ। ਮੈਨੂੰ ਲੱਗਦਾ ਤੂੰ ਮੇਰਾ ਅੱਲਾ ਹੈ, ਮੇਰਾ ਰੱਬ ਹੈ, ਮੇਰਾ ਯਾਰ ਹੈ, ਮੇਰਾ ਸੱਜਣ ਹੈ, ਮੇਰਾ ਪਿਆਰਾ ਹੈ, ਪਰ ਦਿਲ ਮੇਰਾ ਮੰਨਦਾ ਤੂੰ ਮੇਰਾ ਹੈ, ਪਰ ਜਦੋਂ ਤੱਕ ਤੁਸੀਂ ਨਹੀਂ ਕਹਿੰਦੇ ਮੈਂ ਕਿਵੇਂ ਯਕੀਨ ਕਰਾਂ। ਸਤਿਗੁਰ ਕੀ ਉਹਨਾਂ ਬਾਤ ਆਏ ਆ। ਜਿਹੜੀ ਵੀ ਕਥਾ ਹੋ ਰਹੀ ਹੈ ਬੜੇ ਆਨੰਦ ਵਾਲੀ, ਬੜੇ ਪਿਆਰ ਵਾਲੀ ਸ਼ੁਰੂ ਹੋ ਰਹੀ ਹੈ। ਸਤਿਗੁਰਾਂ ਦੀ ਕਿਰਪਾ ਨਾਲ ਆਉਣ ਵਾਲੇ ਦਿਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।